हाँ जी विद्यार्थियों, सारिਆਂ ਨੂੰ ਸਤਿ ਸ੍ਰੀ ਅਕਾਲ ਤੇ ਰੀਡ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਆਪਾਂ ਸਾਡੇ 4 ਕੌਸ਼ਲਾਂ ਬਾਰੇ ਪੜ੍ਹ ਚੁੱਕੇ ਹਾਂ। ਸੁਣਨ ਕੌਸ਼ਲ, ਬੋਲਣ ਕੌਸ਼ਲ, ਪੜ੍ਹਨ ਕੌਸ਼ਲ ਤੇ ਲਿਖਣ ਕੌਸ਼ਲ। ਉਹਨਾਂ ਦੀਆਂ ਵਿਧੀਆਂ ਉੱਪਰ ਭਰਪੂਰ ਆਪਾਂ ਚਰਚਾ ਕੀਤੀ ਸੀ। ਇਹਦੇ ਵਿੱਚ ਤੁਸੀਂ ਇਹ ਗੱਲਾਂ ਦਾ ਧਿਆਨ ਰੱਖਣਾ, ਜਿੱਥੇ ਜਿੱਥੇ ਮੈਂ ਕਿਹਾ ਸੀਗਾ ਤੁਹਾਨੂੰ ਇਹ ਗੱਲ ਕਿ ਕੁਐਸਚਨ ਬਣ ਰਹੇ ਆ, ਉਹ ਕੁਐਸਚਨ ਤੁਸੀਂ ਮਾइंड ਦੇ ਵਿੱਚ ਰੱਖਣੇ ਆ। ਵੀਡੀਓ ਨੂੰ ਵਾਰੀ-ਵਾਰੀ ਦੇਖਦੇ ਰਹੋ। ਹਾਂਜੀ, ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਮਾਤ ਭਾਸ਼ਾ ਪੰਜਾਬੀ ਦੀ ਪਾਠ ਪੁਸਤਕ। ਹਾਂਜੀ, ਮਾਤ ਭਾਸ਼ਾ ਪੰਜਾਬੀ ਦੀ ਜਿਹੜੀ ਪਾਠ ਪੁਸਤਕ ਹੈ ਜੀ, ਉਹਦੇ ਵਿੱਚੋਂ ਪ੍ਰਸ਼ਨ ਮਿਲ ਜਾਂਦਾ ਤੁਹਾਨੂੰ ਅਕਸਰ। ਪ੍ਰਸ਼ਨ ਪੁੱਛਣ ਦਾ ਤਰੀਕਾ ਦੇਖੋ ਜੀ, ਐਗਜ਼ਾਮੀਨਰ ਕੋਲੇ ਹਜੇ ਤੱਕ ਤਾਂ ਇੱਕ ਹੀ ਹੈ। ਪੰਜਾਬੀ ਭਾਸ਼ਾ ਦੀ ਜਦੋਂ ਪਾਠ ਪੁਸਤਕ ਦੀ ਗੱਲ ਆ ਜੇ, ਉਦੋਂ ਕੀ ਹੈ ਕਿ ਉਸ ਦੇ ਬਾਹਰੀ ਗੁਣ ਤੇ ਅੰਦਰੂਨੀ ਗੁਣ, ਬਾਹਰੀ ਵਿਸ਼ੇਸ਼ਤਾਵਾਂ ਤੇ ਅੰਦਰੂਨੀ ਵਿਸ਼ੇਸ਼ਤਾਵਾਂ, ਉਹਨਾਂ ਦੇ ਵਿੱਚੋਂ ਪ੍ਰਸ਼ਨ ਜ਼ਰੂਰ ਪੁੱਛਿਆ ਜਾਂਦਾ ਹੈ ਵੀ ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਪਾਠ ਪੁਸਤਕ ਦੀ ਬਾਹਰੀ ਵਿਸ਼ੇਸ਼ਤਾ ਨਹੀਂ ਹੈ, ਜਾਂ ਬਾਹਰੀ ਵਿਸ਼ੇਸ਼ਤਾ ਹੈ, ਜਾਂ ਅੰਦਰੂਨੀ ਵਿਸ਼ੇਸ਼ਤਾ ਨਹੀਂ ਹੈ, ਅੰਦਰੂਨੀ ਵਿਸ਼ੇਸ਼ਤਾ ਹੈ। ਬਸ ਉਸ ਤੋਂ ਬਾਅਦ 4 ਆਪਸ਼ਨ ਪਤਾ ਹੀ ਹੈ ਤੁਹਾਨੂੰ। ਹਾਂਜੀ, ਮਾਤ ਭਾਸ਼ਾ ਪੰਜਾਬੀ ਦੀ ਪਾਠ ਪੁਸਤਕ ਕਿਵੇਂ ਦੀ ਹੋਣੀ ਚਾਹੀਦੀ ਹੈ, ਕੀ ਗੁਣ ਹੋਣੇ ਚਾਹੀਦੇ ਇਹਦੇ ਵਿੱਚ, ਵਿਸ਼ਾ ਵਸਤੂ ਕਿਵੇਂ ਦਾ ਹੋਣਾ ਚਾਹੀਦਾ, ਬਾਹਰੀ ਬਣਤਰ, ਆਕਾਰ, ਪ੍ਰਕਾਰ, ਇਹ ਸਾਰੀਆਂ ਚੀਜ਼ਾਂ 'ਤੇ ਆਪਾਂ ਥੋੜ੍ਹੀਆਂ ਗੱਲਾਂ ਕਰਾਂਗੇ। ਇੱਕ ਕੁਐਸਚਨ ਤੁਹਾਡਾ ਇੱਥੇ ਕਲੀਅਰ ਹੋਊਗਾ, ਪੱਕਾ ਐਗਜ਼ਾਮ ਦੇ ਵਿੱਚ ਆਊਗਾ, ਅਤੇ ਆਊਗਾ ਉਸੇ ਦੇ ਵਿੱਚੋਂ ਹੀ ਆ ਜੋ ਤੁਸੀਂ ਪੜ੍ਹੋਗੇ। ਦੇਖੋ ਜੀ, ਪਾਠ ਪੁਸਤਕ ਹੈ ਜਿਹੜੀ ਆਧੁਨਿਕ ਸਿੱਖਿਆ ਪ੍ਰਣਾਲੀ ਦਾ ਪ੍ਰਮੁੱਖ ਆਧਾਰ ਹੈ। ਕਿਉਂਕਿ ਜਿਹੜਾ ਮੰਨ ਲਓ ਕਿ ਹੁਣ 3 ਮੰਨੇ ਜਾਂਦੇ ਆ। ਸਿੱਖਿਆ ਪ੍ਰਣਾਲੀ ਜਿਹੜੀ ਆਧੁਨਿਕ ਸਿੱਖਿਆ ਪ੍ਰਣਾਲੀ ਦਾ ਇੱਕ ਕੇਂਦਰ ਬਿੰਦੂ ਹੈ ਜਿਹੜਾ ਬਾਲਕ ਮੰਨਿਆ ਜਾਂਦਾ, ਅਤੇ ਉਸ ਤੋਂ ਬਾਅਦ ਕੀ ਹੈ ਵੀ ਅਧਿਆਪਕ ਹੋ ਗਿਆ, ਅਤੇ ਇੱਕ ਆਪਣਾ ਪਾਠਕ੍ਰਮ ਜਿਹੜਾ ਪਾਠ ਵਸਤੂ ਕਹਿ ਦਿੰਦੇ ਆਪਾਂ, ਪਾਠਕ੍ਰਮ ਵੀ ਕਹਿ ਦਿੰਦੇ ਉਹਨੂੰ, ਹੈ ਨਾ। ਅਲੱਗ-ਅਲੱਗ ਮਤਲਬ ਕੀ ਹੈ ਵੀ ਅਲੱਗ-ਅਲੱਗ ਦੋਨਾਂ ਦੇ ਅਰਥ ਥੋੜ੍ਹੇ ਜਿਹੇ ਅਲੱਗ ਆ। ਹਾਂਜੀ, ਹੁਣ ਦੇਖਦੇ ਹਾਂ ਜੀ, ਪਾਠ ਪੁਸਤਕ ਆਧੁਨਿਕ ਸਿੱਖਿਆ ਪ੍ਰਣਾਲੀ ਦਾ ਪ੍ਰਮੁੱਖ ਆਧਾਰ ਹੈ। ਆਧੁਨਿਕ ਸਿੱਖਿਆ ਪ੍ਰਣਾਲੀ ਹੈ ਜਿਹੜੀ, ਵਿਦਿਆਰਥੀ ਨੂੰ ਆਪਾਂ ਕੀ ਗਿਆਨ ਦੇਣਾ ਚਾਹੁੰਦੇ ਹਾਂ, ਉਹ ਗਿਆਨ ਕਿਸ ਚੀਜ਼ ਦੇ ਵਿੱਚ ਹੈ? ਪਾਠ ਪੁਸਤਕ ਦੇ ਵਿੱਚ ਹੈ, ਪਾਠ ਪੁਸਤਕ ਦੇ ਰੂਪ ਵਿੱਚ ਹੈ। ਉਹ ਗਿਆਨ ਆਪਾਂ ਬੱਚੇ ਨੂੰ ਦੇਣਾ ਹੈ, ਪ੍ਰਦਾਨ ਕਰਨਾ ਹੈ। ਹਾਂਜੀ, ਅਧਿਆਪਕ ਤੋਂ ਬਾਅਦ ਭਾਸ਼ਾ ਸਿੱਖਿਆ ਲਈ ਪਾਠ ਪੁਸਤਕ ਸਭ ਤੋਂ ਉਪਯੋਗੀ ਉਪਕਰਨ ਹੈ। ਧਿਆਨ ਰੱਖਿਓ, ਅਗਰ ਸਭ ਤੋਂ ਉਪਯੋਗੀ ਮੈਂ ਕਹਾਂ ਵੀ ਬੱਚੇ ਨੂੰ ਭਾਸ਼ਾ ਸਿੱਖਿਆ ਵਿੱਚ ਸਭ ਤੋਂ ਉਪਯੋਗੀ ਬੱਚੇ ਲਈ, ਤਾਂ ਉਹ ਹੈਗਾ ਅਧਿਆਪਕ। ਸਭ ਤੋਂ ਜ਼ਿਆਦਾ ਨੇੜਤਾ ਬੱਚੇ ਦੀ ਅਧਿਆਪਕ ਦੇ ਨਾਲ ਹੁੰਦੀ ਹੈ। ਦੂਸਰੀ ਗੱਲ ਧਿਆਨ ਦੇ ਵਿੱਚ ਰੱਖਿਓ, ਉਸ ਤੋਂ ਬਾਅਦ ਅਧਿਆਪਕ ਤੋਂ ਬਾਅਦ ਜੇ ਮਹੱਤਵਪੂਰਨ ਚੀਜ਼ ਹੈ ਤਾਂ ਉਹ ਹੈਗੀ ਹੈ ਸਾਡੀ ਪਾਠ ਪੁਸਤਕ, ਜੋ ਜਮਾਤ ਦੇ ਵਿੱਚ ਨਿਰਧਾਰਿਤ ਕੀਤੀ ਹੁੰਦੀ ਹੈ ਕਿ ਇਸ ਜਮਾਤ ਨੂੰ ਆਹ ਪਾਠ ਪੁਸਤਕ ਲੱਗੇਗੀ ਅਤੇ ਇਸ ਪਾਠ ਪੁਸਤਕ ਦੇ ਵਿੱਚ ਇਤਨਾ ਵਿਸ਼ਾ ਵਸਤੂ ਹੋਵੇਗਾ। ਇਹ ਜਿਹੜੀ ਗੱਲ ਪਹਿਲਾਂ ਤੋਂ ਹੀ ਸਾਡੇ ਜਿਹੜੇ ਸਿੱਖਿਆ ਵਿਭਾਗ ਆ ਉਹ ਕਲੀਅਰ ਕਰ ਲੈਂਦੇ ਆ। ਹਾਂਜੀ, ਇੱਕ ਸਧਾਰਨ ਅਧਿਆਪਕ ਅਤੇ ਵਿਦਿਆਰਥੀ ਲਈ ਪਾਠ ਪੁਸਤਕ ਮਾਰਗਦਰਸ਼ਨ ਦਾ ਕੰਮ ਕਰਦੀ। ਬਿਲਕੁਲ ਜੀ, ਮਾਰਗਦਰਸ਼ਨ ਬਿਲਕੁਲ ਕਰਦੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਮਾਰਗਦਰਸ਼ਨ ਕੌਣ ਕਰਦੀ ਹੈ? ਪਾਠ ਪੁਸਤਕ ਅਧਿਆਪਕ ਦਾ ਵੀ ਮਾਰਗਦਰਸ਼ਨ ਕਰਦੀ ਹੈ ਅਤੇ ਵਿਦਿਆਰਥੀ ਦਾ ਵੀ ਮਾਰਗਦਰਸ਼ਨ ਕਰਦੀ ਹੈ। ਕਿਵੇਂ ਕਰਦੀ ਹੈ? ਕਿਉਂਕਿ ਅਧਿਆਪਕ ਨੂੰ ਪਤਾ ਕਿਵੇਂ ਲੱਗਦਾ ਹੈ ਕਿ ਮੈਂ ਬੱਚੇ ਨੂੰ ਕਿੰਨਾ ਪੜ੍ਹਾਉਣਾ ਹੈ, ਕੀ ਪੜ੍ਹਾਉਣਾ ਹੈ, ਇਹ ਸਾਡੀ ਪਾਠ ਪੁਸਤਕ ਹੀ ਨਿਰਧਾਰਿਤ ਕਰਦੀ ਹੈ। ਬੱਚੇ ਨੇ ਕੀ ਪੜ੍ਹਨਾ ਹੈ, ਕਿੰਨਾ ਪੜ੍ਹਨਾ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਪਾਠ ਪੁਸਤਕ ਨਿਰਧਾਰਿਤ ਕਰਦੀ ਹੈ। ਦੋਨਾਂ ਵਾਸਤੇ ਮਹੱਤਵਪੂਰਨ ਹੈ, ਦੋਨਾਂ ਵਾਸਤੇ ਮਾਰਗਦਰਸ਼ਕ ਹੈ। ਹਾਂ, ਇਸ ਨਾਲ ਜਮਾਤ ਵਿੱਚ ਇੱਕ ਸਮਾਨ ਪੱਧਰ ਦਾ ਨਿਰਮਾਣ ਹੁੰਦਾ ਹੈ। ਹੁਣ ਇੱਥੇ ਇੱਕ ਪ੍ਰਸ਼ਨ ਬਣ ਜਾਂਦਾ, ਇੰਨੀਆਂ ਗੱਲਾਂ ਦੇ ਵਿੱਚੋਂ ਪ੍ਰਸ਼ਨ ਬਣਦਾ ਹੈ। ਕੀ ਬਣਦਾ ਹੈ ਕਿ ਹੇਠ ਲਿਖਿਆਂ ਵਿੱਚੋਂ ਗਲਤ ਕਥਨ ਚੁਣੋ ਜਾਂ ਸਹੀ ਕਥਨ ਚੁਣੋ। ਹੁਣ ਇਹਨਾਂ ਤਿੰਨਾਂ ਨੂੰ ਗਲਤ ਕਰਕੇ ਲਿਖ ਸਕਦਾ, ਇੱਕ ਨੂੰ ਸਹੀ ਲਿਖ ਸਕਦਾ, ਜਾਂ ਇੱਕ ਨੂੰ ਗਲਤ ਕਰਕੇ ਲਿਖ ਦੇ, ਤਿੰਨਾਂ ਨੂੰ ਸਹੀ ਲਿਖ ਦੇ। ਕਿਵੇਂ ਵੀ ਪ੍ਰਸ਼ਨ ਪੁੱਛਣ ਦਾ ਤਰੀਕਾ ਜਿਹੜਾ ਧਿਆਨ ਰੱਖਿਓ। ਅਧਿਆਪਕ ਤੋਂ ਬਾਅਦ ਭਾਸ਼ਾ ਸਿੱਖਿਆ ਲਈ ਪਾਠ ਪੁਸਤਕ ਸਭ ਤੋਂ ਉਪਯੋਗੀ ਹੈ। ਉਸ ਤੋਂ ਬਾਅਦ ਅਗਰ ਕੋਈ ਉਪਕਰਨ ਹੈ ਤਾਂ ਉਪਕਰਨ ਤਾਂ ਬਹੁਤ ਸਾਰੇ ਕਲਾਸ ਦੇ ਵਿੱਚ ਆਪਾਂ ਵਰਤ ਸਕਦੇ ਹਾਂ। ਮਾਡਲ ਵਰਤਦੇ ਹਾਂ, ਚਿੱਤਰ ਵਰਤਦੇ ਹਾਂ, ਕਿਸੇ ਚੀਜ਼ ਦਾ ਨਮੂਨਾ ਆਪਾਂ ਪੇਸ਼ ਕਰ ਸਕਦੇ ਹਾਂ। ਸਿੱਖਿਆ ਸਮੱਗਰੀ ਕਿੰਨੀ ਵਰਤਦਾ ਅਧਿਆਪਕ? ਵਰਤ ਸਕਦਾ, ਕੋਈ ਦਿੱਕਤ ਨਹੀਂ, ਵਿਸ਼ੇ ਦੇ ਅਨੁਸਾਰ ਵਰਤੀ ਜਾਂਦੀ ਹੈ। ਪਰ ਉਹਦੇ ਵਿੱਚੋਂ ਸਭ ਤੋਂ ਮਹੱਤਵਪੂਰਨ ਸਮੱਗਰੀ ਹੈ ਜਿਹੜੀ ਪਹਿਲੇ ਨੰਬਰ 'ਤੇ ਆ, ਉਹ ਹੈਗੀ ਹੈ ਪਾਠ ਪੁਸਤਕ। ਦੂਸਰਾ, ਅਧਿਆਪਕ ਅਤੇ ਵਿਦਿਆਰਥੀ ਲਈ ਪਾਠ ਪੁਸਤਕ ਮਾਰਗਦਰਸ਼ਨ ਦਾ ਕੰਮ ਕਰਦੀ ਹੈ। ਇਸ ਨਾਲ ਜਮਾਤ ਵਿੱਚ ਇੱਕ ਸਮਾਨ ਪੱਧਰ ਦਾ ਨਿਰਮਾਣ ਹੁੰਦਾ, ਇੱਕ ਸਮਾਨ ਲੈਵਲ ਸਾਰਿਆਂ ਵਿਦਿਆਰਥੀਆਂ ਦਾ ਨਿਰਧਾਰਿਤ ਕਰਦੀ ਹੈ।
ਕੋਈ ਐਂ ਤਾਂ ਹੈ ਨਹੀਂ ਵੀ ਅਧਿਆਪਕ ਇੱਕ ਬੱਚੇ ਨੂੰ ਕਵਿਤਾ ਪੜ੍ਹਾਈ ਜਾਂਦਾ, ਦੂਸਰੇ ਨੂੰ ਵਾਰਤਕ, ਤੀਸਰੇ ਨੂੰ ਨਿਬੰਧ ਪੜ੍ਹਾਈ ਜਾਂਦਾ, ਐਵੇਂ ਦਾ ਕੁਛ ਨਹੀਂ ਗਾ। ਇਹਦੇ ਪਿੱਛੇ ਕਾਰਨ ਕੀ ਆ? ਇੱਕ ਸਮਾਨ ਸਾਰੇ ਵਿਦਿਆਰਥੀਆਂ ਨਾਲ ਇੱਕ ਸਮਾਨ ਵਿਵਹਾਰ ਹੋ ਰਿਹਾ ਹੈ। ਕਾਰਨ ਕਿਉਂਕਿ ਵਿਸ਼ਾ ਵਸਤੂ ਇੱਕ ਸਮਾਨ ਰੂਪ ਵਿੱਚ ਲਾਗੂ ਕੀਤਾ ਗਿਆ ਹੈ ਅਤੇ ਵਿਸ਼ੇ ਵਸਤੂ ਦੇ ਰੂਪ ਵਿੱਚ ਅਧਿਆਪਕ ਅਤੇ ਵਿਦਿਆਰਥੀਆਂ ਕੋਲ ਕੀ ਚੀਜ਼ ਹੈ? ਪਾਠ ਪੁਸਤਕ ਹੈ। ਅਗਲੀ ਗੱਲ ਦੇਖੋ ਬੇਟਾ ਜੀ, ਹਾਂਜੀ, ਪਾਠ ਪੁਸਤਕਾਂ ਦੀ ਲੋੜ ਅਤੇ ਮਹੱਤਤਾ ਕੀ ਹੈ? ਵੀ ਇਹਨਾਂ ਦੀ ਜ਼ਰੂਰਤ ਕੀ ਹੈ? ਜ਼ਰੂਰਤ ਤਾਂ ਬਿਲਕੁਲ ਹੈਗੀ ਹੈ, ਕੋਈ ਦੋ ਰਾਏ ਨਹੀਂ ਇਹਦੇ ਵਿੱਚ, ਕਿਉਂਕਿ ਅਧਿਆਪਕ ਅਤੇ ਵਿਦਿਆਰਥੀ ਦਾ ਮਾਰਗਦਰਸ਼ਨ ਹੀ ਪਾਠ ਪੁਸਤਕ ਕਰਦੀ ਹੈ। ਜ਼ਰੂਰਤ ਤਾਂ ਹੈ, ਬਿਲਕੁਲ ਸਹੀ ਹੈ। ਅੱਗੇ ਦੇਖਦੇ ਹਾਂ। ਹਾਂ, ਗਿਆਨ ਪ੍ਰਾਪਤੀ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਬਿਲਕੁਲ ਸਹੀ ਹੈ, ਅਹਿਮ ਭੂਮਿਕਾ ਨਿਭਾਉਣ ਵਾਲੀ ਕੌਣ ਹੈ? ਪਾਠ ਪੁਸਤਕ ਹੀ ਹੈ ਗਿਆਨ ਪ੍ਰਾਪਤੀ ਵਿੱਚ। ਗਿਆਨ ਪ੍ਰਾਪਤੀ ਦਾ ਉੱਤਮ ਸਾਧਨ ਹੈ, ਸਭ ਤੋਂ ਮਹੱਤਵਪੂਰਨ ਸਾਧਨ। ਦੂਸਰੀ ਗੱਲ, ਅਰਜਿਤ ਗਿਆਨ ਦੇ ਸਥਾਈਕਰਨ ਵਿੱਚ ਸਹਾਇਕ ਹੁੰਦੀਆਂ। ਬਿਲਕੁਲ ਸਹੀ ਗੱਲ ਆ। ਅਧਿਆਪਕ ਨੇ ਮੰਨ ਲਓ ਬੋਲ ਕੇ ਕੋਈ ਗੱਲ ਦੱਸੀ ਵਿਸ਼ੇ ਵਸਤੂ ਦੇ ਵਿੱਚੋਂ, ਤਾਂ ਵਿਦਿਆਰਥੀ ਕੀ ਕਰਨਗੇ? ਉਸ ਨੂੰ ਕਿਤਾਬਾਂ ਦੇ ਵਿੱਚੋਂ ਪੜ੍ਹਨਗੇ। ਉਹਦੇ ਨਾਲ ਕੀ ਹੋਊਗਾ? ਉਹਨਾਂ ਦੇ ਗਿਆਨ ਦਾ ਸਥਾਈਕਰਨ ਹੋਊਗਾ। ਜਿੰਨਾ ਚਿਰ ਤਾਂ ਉਹਨਾਂ ਨੇ ਗੱਲ ਸੁਣੀ ਹੈ ਉਦੋਂ ਗਿਆਨ ਦਾ ਸਥਾਈਕਰਨ ਨਹੀਂ ਹੈ। ਗਿਆਨ ਦਾ ਸਥਾਈਕਰਨ ਵਾਸਤੇ ਉਹਨਾਂ ਨੂੰ ਅਭਿਆਸ ਕਰਨਾ ਪਊਗਾ। ਅਭਿਆਸ ਵਾਸਤੇ ਪਾਠ ਪੁਸਤਕ ਸਭ ਤੋਂ ਮਹੱਤਵਪੂਰਨ ਸਾਧਨ ਹੈ। ਉਹਨਾਂ ਦੇ ਸਭ ਤੋਂ ਨੇੜੇ ਜੇ ਕੋਈ ਚੀਜ਼ ਹੈਗੀ ਹੈ ਮਤਲਬ ਅਭਿਆਸ ਵਾਸਤੇ ਅਧਿਆਪਕ ਤੋਂ ਬਾਅਦ, ਤਾਂ ਉਹ ਉਹਨਾਂ ਕੋਲ ਪਾਠ ਪੁਸਤਕ ਹੀ। ਹਾਂਜੀ, ਇਹਨਾਂ ਵਿੱਚ ਸੂਚਨਾਵਾਂ ਦਾ ਸੰਗ੍ਰਹਿ ਹੁੰਦਾ। ਬਿਲਕੁਲ ਸੂਚਨਾਵਾਂ ਹੁੰਦੀਆਂ, ਬਿਲਕੁਲ ਸਹੀ ਗੱਲ ਹੈ, ਜਾਇਜ਼ ਗੱਲ। ਤੱਥ ਅਤੇ ਸੂਚਨਾਵਾਂ ਹੁੰਦੀਆਂ ਹਨ। ਜਮਾਤ ਵਿੱਚ ਇੱਕ ਸਮਾਨ ਪੱਧਰ ਦਾ ਨਿਰਮਾਣ ਕਰਦੀਆਂ ਹਨ। ਬਿਲਕੁਲ ਉੱਤੇ ਗੱਲ ਕਲੀਅਰ ਹੋ ਗਈ ਹੈ। ਇੱਕ ਸਮਾਨ ਲੈਵਲ, ਇੱਕ ਜਮਾਤ ਹੈ, ਮੰਨ ਲਓ 8ਵੀਂ ਜਮਾਤ ਹੈ। 8ਵੀਂ ਜਮਾਤ ਦੇ ਵਿੱਚ ਮੰਨ ਲਓ ਪੰਜਾਬੀ ਪੜ੍ਹਾਈ ਜਾ ਰਹੀ ਹੈ, ਅਤੇ ਸਾਰਿਆਂ ਨੂੰ ਇੱਕ ਹੀ ਵਿਸ਼ਾ ਵਸਤੂ, ਇੱਕ ਹੀ ਪਾਠ ਪੁਸਤਕ, ਇੱਕ ਹੀ ਸਿਲੇਬਸ ਸਾਰਿਆਂ ਉੱਪਰ ਲਾਗੂ ਕੀਤਾ ਜਾਊਗਾ। ਅਧਿਆਪਕ ਅਤੇ ਵਿਦਿਆਰਥੀਆਂ ਲਈ ਮਾਰਗਦਰਸ਼ਕ ਦੀ ਭੂਮਿਕਾ ਨਿਭਾਉਂਦੀਆਂ ਹਨ। ਇਹ ਫਿਰ ਗੱਲ ਰਿਪੀਟ ਹੋ ਗਈ ਆਪਣੀ, ਬਿਲਕੁਲ ਆਪਾਂ ਗੱਲ ਕਲੀਅਰ ਕਰ ਲਈ ਹੈ। ਵਿਸ਼ਾ ਵਸਤੂ ਸਮਝਣ ਦੇ ਵਿੱਚ ਸਹਾਇਤਾ ਕਰਦੀਆਂ ਹਨ। ਆਪਣਾ ਕੰਮ ਕੀ ਹੈ? ਅਧਿਆਪਕ ਦਾ ਕੰਮ ਕੀ ਹੈ? ਵਿਦਿਆਰਥੀਆਂ ਤੱਕ ਵਿਸ਼ਾ ਵਸਤੂ ਨੂੰ ਪਹੁੰਚਾਉਣਾ, ਵਸਤੂ ਨੂੰ। ਤਾਂ ਉਹ ਵਿਸ਼ਾ ਵਸਤੂ ਸਮਝਣ ਦੇ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਕੌਣ ਅਦਾ ਕਰਦੀ ਹੈ? ਉਹ ਕਰਦੀ ਹੈ ਸਾਡੀ ਪਾਠ ਪੁਸਤਕ। ਉਸ ਤੋਂ ਬਾਅਦ ਹੋਰ ਦੇਖੋ ਜੀ, ਸਵੈ ਅਧਿਐਨ ਅਤੇ ਆਤਮ ਵਿਸ਼ਵਾਸ ਦੀ ਭਾਵਨਾ ਜਗਾਉਂਦੀਆਂ ਹਨ। ਕਿਹੜੀ ਚੀਜ਼ ਹੈ? ਇਸ ਪਾਠ ਪੁਸਤਕ ਜਗਾਉਂਦੀ ਹੈ। ਤੁਸੀਂ ਪਾਠ ਪੁਸਤਕਾਂ, ਬਹੁਤ ਸਾਰੀਆਂ ਪੁਸਤਕਾਂ ਪੜ੍ਹਦੇ ਹੋ, ਚਲੋ ਪਾਠ ਪੁਸਤਕ ਹੁੰਦੀ ਹੈ। ਪਾਠ ਪੁਸਤਕ ਕਿਉਂ ਹੈ? ਕਿਉਂਕਿ ਇਹ ਸਕੂਲਾਂ ਦੇ ਵਿੱਚ ਵਿਸ਼ੇ ਦੇ ਰੂਪ ਵਿੱਚ ਨਿਰਧਾਰਿਤ ਕੀਤੀ ਜਾਂਦੀ ਹੈ, ਇਸ ਕਰਕੇ ਇਹਨੂੰ ਪਾਠ ਪੁਸਤਕ ਕਿਹਾ ਜਾਂਦਾ ਹੈ। ਬਾਕੀ ਜਿੰਨੀਆਂ ਵੀ ਆ ਉਹਨਾਂ ਨੂੰ ਆਪਾਂ ਸਧਾਰਨ ਸ਼ਬਦ ਦੇ ਵਿੱਚ ਪੁਸਤਕ ਕਹਿ ਦਿੰਦੇ ਹਾਂ। ਪਾਠ ਪੁਸਤਕ ਦਾ ਮਤਲਬ ਹੈ ਜੋ ਸਕੂਲ ਦੇ ਵਿੱਚ ਵਿਸ਼ੇ ਦੇ ਰੂਪ ਵਿੱਚ ਨਿਰਧਾਰਿਤ ਕੀਤੀ ਗਈ ਹੈ। ਹਿੰਦੀ ਦੀ, ਪੰਜਾਬੀ ਦੀ, ਅੰਗਰੇਜ਼ੀ ਦੀ, ਵਿਗਿਆਨ ਦੀ, ਗਣਿਤ ਦੀ, ਉਹ ਪਾਠ ਪੁਸਤਕਾਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ। ਸਵੈ ਅਧਿਐਨ ਬਿਲਕੁਲ ਇਸੇ ਨਾਲ ਹੀ ਹੈ, ਕਿਉਂਕਿ ਸਵੈ ਅਧਿਐਨ ਕਰਨ ਦਾ ਵਿਦਿਆਰਥੀ ਕੋਲ ਹੋਰ ਤਰੀਕਾ ਹੀ ਹੈ ਨਹੀਂ ਕੋਈ। ਸਕੂਲ ਦੇ ਵਿੱਚ ਅਗਰ ਵਿਦਿਆਰਥੀ ਸਵੈ ਅਧਿਐਨ ਕਰੇਗਾ ਤਾਂ ਉਸ ਨੂੰ ਪਾਠ ਪੁਸਤਕ ਦੀ ਸਹਾਇਤਾ ਲੈਣੀ ਹੀ ਪਊਗੀ। ਆਤਮ ਵਿਸ਼ਵਾਸ ਦੀ ਭਾਵਨਾ ਜਗਾਉਂਦੀਆਂ ਹਨ। ਬਿਲਕੁਲ ਜੀ, ਅਗਰ ਤੁਸੀਂ ਮੰਨ ਲਓ ਪੜ੍ਹਦੇ ਹੋ ਪੁਸਤਕ, ਤਾਂ ਉਹਦੇ ਨਾਲ ਤੁਹਾਡੇ ਗਿਆਨ ਦੇ ਵਿੱਚ ਵਾਧਾ ਹੁੰਦਾ। ਗਿਆਨ ਦੇ ਵਿੱਚ ਵਾਧਾ, ਗਿਆਨ ਦਾ ਸਥਾਈਕਰਨ, ਤੁਹਾਡੇ ਕਨਸੈਪਟ ਕਲੀਅਰ ਹੁੰਦੇ ਆ ਜਦੋਂ, ਤਾਂ ਉਦੋਂ ਕੀ ਹੁੰਦਾ? ਸਾਡੇ ਵਿੱਚ ਐਟੋਮੈਟਿਕ ਹੀ ਆਪਣੇ ਆਪ ਹੀ ਆਤਮ ਵਿਸ਼ਵਾਸ ਪੈਦਾ ਹੋ ਜਾਂਦਾ। ਹੁਣ ਤੁਸੀਂ ਚਲੋ ਜ਼ਿਆਦਾ ਦੂਰ ਕੀ ਜਾਣਾ, ਲਓ ਤੁਹਾਡੇ 'ਤੇ ਹੀ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਮੰਨ ਲਓ ਪੜ੍ਹ ਰਹੇ ਹੋ, ਤਿਆਰੀ ਕਰ ਰਹੇ ਹੋ। ਅਗਰ ਕੋਈ ਫਰੈਸ਼ਰ ਹੈ ਤਾਂ ਉਹ ਜਿਵੇਂ ਜਿਵੇਂ ਇੱਕ ਕਿਤਾਬ ਨੂੰ ਵਾਰ-ਵਾਰ ਪੜ੍ਹਦਾ ਜਾਂਦਾ ਹੈ, ਉਦੋਂ ਕੀ ਹੁੰਦਾ? ਉਹਦਾ ਆਤਮ ਵਿਸ਼ਵਾਸ ਵੱਧਦਾ ਜਾਂਦਾ ਹੈ, ਉਹਦਾ ਸੈਲਫ ਕੌਨਫੀਡੈਂਸ ਵੱਧਦਾ ਜਾਂਦਾ ਹੈ। ਤਾਂ ਇਹੀ ਹੁੰਦਾ, ਇਹੀ ਸਕੂਲ ਦੇ ਵਿਦਿਆਰਥੀ ਨਾਲ ਹੁੰਦਾ। ਜਿਵੇਂ ਜਿਵੇਂ ਵਿਦਿਆਰਥੀ ਉਸ ਨੂੰ ਪੜ੍ਹਦਾ ਹੈ, ਉਸ ਦੇ ਕਨਸੈਪਟ, ਉਸ ਦੇ ਤੱਥ ਕਲੀਅਰ ਹੁੰਦੇ ਹਨ, ਉਸ ਨੂੰ ਗਿਆਨ ਪ੍ਰਾਪਤ ਹੁੰਦਾ ਹੈ, ਭਾਸ਼ਾ ਦਾ ਉਹਦਾ ਸਥਾਈਕਰਨ ਹੁੰਦਾ ਹੈ, ਗਿਆਨ ਦਾ ਸਥਾਈਕਰਨ ਹੁੰਦਾ, ਅਤੇ ਉਹਦੇ ਨਾਲ ਕੀ ਹੁੰਦਾ ਹੈ? ਉਸ ਦਾ ਆਤਮ ਵਿਸ਼ਵਾਸ ਵੱਧਦਾ ਹੈ। ਅੱਗੇ ਦੇਖੋ, ਮੌਲਿਕ ਚਿੰਤਨ ਲਈ ਪ੍ਰੇਰਨਾਦਾਇਕ ਹੁੰਦੀਆਂ ਹਨ। ਬਿਲਕੁਲ, ਅਗਰ ਕੋਈ ਮੌਲਿਕ ਚਿੰਤਨ ਕਰਨਾ ਚਾਹੁੰਦਾ ਹੈ, ਮੌਲਿਕ ਚਿੰਤਨ ਤਾਂ ਦੇਖੋ ਵੀ ਬਹੁਤ ਸਾਰੇ ਵਿਦਿਆਰਥੀ ਇਸ ਤਰ੍ਹਾਂ ਦੇ ਹੁੰਦੇ ਹਨ ਜਿਹੜੇ ਸਿਰਜਣਾਤਮਕ ਵਿਦਿਆਰਥੀਆਂ ਦੀ ਸ਼੍ਰੇਣੀ 'ਚ ਆਉਂਦੇ ਹਨ। ਮੌਲਿਕ ਚਿੰਤਨ ਕਰਨ ਦੇ ਵਿੱਚ ਬਹੁਤ ਮਤਲਬ ਉਹਨਾਂ ਦਾ ਹੁੰਦਾ ਹੈ ਵੀ ਬਹੁਤ ਸਟਰੋਂਗ ਹੁੰਦੇ ਹਨ ਮੌਲਿਕ ਚਿੰਤਨ ਕਰਨ ਦੇ ਵਿੱਚ। ਉਸ ਮੌਲਿਕ ਚਿੰਤਨ ਨੂੰ ਕਹਿ ਸਕਦੇ ਹਾਂ ਵੀ ਵਾਧੇ ਦੇ ਵਿੱਚ ਕਿਹੜੀ ਚੀਜ਼ ਪਾਉਂਦੀ ਹੈ? ਪਾਠ ਪੁਸਤਕ ਪਾਉਂਦੀ ਹੈ। ਕਿਉਂਕਿ ਬੱਚਾ ਮੌਲਿਕ ਚਿੰਤਨ ਮੰਨ ਲਓ ਕਰ ਰਿਹਾ, ਤਾਂ ਉਸ ਦੇ ਵਿੱਚ ਉਹਦੀ ਸਭ ਤੋਂ ਜ਼ਿਆਦਾ ਹੈਲਪ ਕੌਣ ਕਰੂਗੀ? ਸਾਡੀ ਪਾਠ ਪੁਸਤਕ ਕਰੂਗੀ। ਪ੍ਰੀਖਿਆ ਪ੍ਰਣਾਲੀ ਦੀਆਂ ਲੋੜਾਂ ਨੂੰ ਪੂਰੀਆਂ ਕਰਦੀਆਂ ਹਨ। ਬਿਲਕੁਲ ਜੀ, ਕੋਈ ਐਗਜ਼ਾਮ ਆਉਂਦੇ ਆ, ਤੁਹਾਡਾ ਹੀ ਐਗਜ਼ਾਮ ਆ ਜਿਵੇਂ, ਅਤੇ ਅੱਜ ਜਿਵੇਂ ਮੰਨ ਲਓ ਸਕੂਲੀ ਵਿਦਿਆਰਥੀਆਂ ਦੇ ਵੀ ਐਗਜ਼ਾਮ ਆ, ਅਤੇ ਉਹਦੇ ਨਾਲ ਕੀ ਹੁੰਦਾ ਹੈ?
ਉਹਦੇ ਵਿੱਚ ਪਾਠ ਪੁਸਤਕ ਹੀ ਉਹ ਜਿਹੜੀਆਂ ਪ੍ਰੀਖਿਆ ਪ੍ਰਣਾਲੀ ਦੀਆਂ ਸਾਰੀਆਂ ਲੋੜਾਂ ਨੂੰ ਪੂਰੀ ਕਰਦੀ ਹੈ। ਕਿਉਂਕਿ ਪੇਪਰ ਜੋ ਬਣਾਇਆ ਜਾਂਦਾ ਹੈ ਉਹ ਸਕੂਲ ਦੇ ਵਿੱਚ ਜਿਹੜਾ ਸਕੂਲੀ ਬੱਚਿਆਂ ਵਾਸਤੇ 10ਵੀਂ ਵਾਲਿਆਂ ਵਾਸਤੇ 12ਵੀਂ ਵਾਲਿਆਂ ਵਾਸਤੇ ਜੋ ਬੋਰਡ ਵਾਲੇ ਪੇਪਰ ਬਣਦੇ ਆ ਅਤੇ ਉਹ ਪਾਠ ਪੁਸਤਕ 'ਤੇ ਨਿਰਧਾਰਿਤ ਹੁੰਦੇ ਆ। ਪਾਠ ਪੁਸਤਕ ਦੇ ਵਿਸ਼ਾ ਵਸਤੂ ਪਾਠ ਪੁਸਤਕ ਦੀ ਸਮੱਗਰੀ 'ਤੇ ਨਿਰਧਾਰਿਤ ਹੁੰਦੇ ਆ। ਬਿਲਕੁਲ ਸਹੀ ਹੈ। ਸਿੱਖਿਆ ਦੇ ਪ੍ਰਚਾਰ ਵਿੱਚ ਸਹਾਇਤਾ ਕਰਦੀਆਂ ਹਨ। ਸਹੀ ਗੱਲ ਹੈ ਜੀ, ਬਿਲਕੁਲ। ਪਾਠ ਪੁਸਤਕ ਦਾ ਸਰੂਪ ਮਤਲਬ ਪਾਠ ਪੁਸਤਕ ਦੀ ਬਣਾਵਟ ਬਣਤਰ ਸਰੂਪ ਦੇ ਵਿੱਚ 2 ਤਰ੍ਹਾਂ ਦੇ ਗੁਣ ਆਉਂਦੇ ਆ। ਸਰੂਪ ਦੇ ਅੱਗੇ ਮੈਂ ਬ੍ਰੈਕਟ ਦੇ ਵਿੱਚ ਲਿਖਤਾ ਗੁਣ ਜਾਂ ਵਿਸ਼ੇਸ਼ਤਾਵਾਂ। ਹੁਣ ਕੀ ਹੈ ਵੀ ਐਗਜ਼ਾਮੀਨਰ ਦੀ ਮਰਜ਼ੀ ਹੈ, ਉਹ ਗੁਣ ਸ਼ਬਦ ਵੀ ਇਸਤੇਮਾਲ ਕਰ ਸਕਦਾ ਹੈ, ਵਿਸ਼ੇਸ਼ਤਾ ਸ਼ਬਦ ਵੀ ਇਸਤੇਮਾਲ ਕਰ ਸਕਦਾ ਹੈ। ਪਾਠ ਪੁਸਤਕ ਦਾ ਅੰਦਰੂਨੀ ਗੁਣ ਕਿਹੜਾ ਨਹੀਂ ਹੈ ਜਾਂ ਪਾਠ ਪੁਸਤਕ ਦੀ ਅੰਦਰੂਨੀ ਵਿਸ਼ੇਸ਼ਤਾ ਕਿਹੜੀ ਨਹੀਂ ਹੈ, ਇਹ ਮੈਂ ਪ੍ਰਸ਼ਨ ਬੋਲਿਆ ਇੱਕ ਬਣਾ ਕੇ ਵੀ ਐਗਜ਼ਾਮੀਨਰ ਇਸ ਤਰ੍ਹਾਂ ਦਾ ਪ੍ਰਸ਼ਨ ਪੁੱਛ ਸਕਦਾ। ਗੁਣ ਦੀ ਥਾਂ 'ਤੇ ਵਿਸ਼ੇਸ਼ਤਾ ਸ਼ਬਦ ਦਾ ਇਸਤੇਮਾਲ ਕਰ ਸਕਦਾ, ਵਿਸ਼ੇਸ਼ਤਾ ਸ਼ਬਦ ਦੀ ਥਾਂ 'ਤੇ ਗੁਣ ਸ਼ਬਦ ਦਾ ਇਸਤੇਮਾਲ ਕਰ ਸਕਦਾ। ਕੋਈ ਦਿੱਕਤ ਨਹੀਂ, ਧਿਆਨ ਦੇ ਵਿੱਚ ਰੱਖਿਓ ਗੁਣ ਜਾਂ ਵਿਸ਼ੇਸ਼ਤਾਵਾਂ। ਹਾਂਜੀ, ਇੱਕ ਉੱਤਮ ਪਾਠ ਪੁਸਤਕ ਦੇ ਵਿੱਚ ਕੁਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਹੜੀਆਂ ਇਸ ਦੇ ਸਰੂਪ ਨੂੰ ਨਿਰਧਾਰਿਤ ਕਰਦੀਆਂ ਹਨ। ਪਹਿਲਾ ਪ੍ਰਸ਼ਨ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੀ ਪਾਠ ਪੁਸਤਕ ਦੇ ਸਰੂਪ ਨੂੰ ਕਿਹੜੀ ਚੀਜ਼ ਨਿਰਧਾਰਿਤ ਕਰਦੀ ਹੈ, ਇਸ ਦੀਆਂ ਵਿਸ਼ੇਸ਼ਤਾਵਾਂ, ਇਸ ਦੇ ਗੁਣ। ਮੰਨ ਲਓ ਤੁਸੀਂ ਤੁਹਾਡਾ ਸਰੂਪ ਤੁਹਾਡੀ ਜਿਹੜੀ ਬਣਤਰ ਬਣਾਵਟ ਕਿਹੜੀ ਚੀਜ਼ ਨਿਰਧਾਰਿਤ ਕਰਦੀ ਹੈ, ਤੁਹਾਡੇ ਅੰਦਰਲੇ ਅਤੇ ਬਾਹਰੀ ਗੁਣਾਂ ਨੂੰ ਨਿਰਧਾਰਿਤ ਕਰਦੀ ਹੈ। ਬਾਹਰੀ ਗੁਣਾਂ ਦੇ ਵਿੱਚ ਆ ਜਾਂਦੀ ਹੈ ਲੀਪਾ ਪੋਤੀ ਆ ਜਾਂਦੀ ਹੈ, ਪਾਊਡਰ ਸੁਰਖੀ। ਇਹ ਬਾਹਰੀ ਲੀਪਾ ਪੋਤੀ 'ਚ ਦੇਖ ਲਓ ਤੁਸੀਂ, ਮਤਲਬ ਇੱਕ ਮੰਨ ਲਵੋ ਬਾਹਰੀ ਲੀਪਾ ਪੋਤੀ ਆ ਗਈ। ਅੰਦਰੂਨੀ ਮਤਲਬ ਅੰਦਰ ਗੁਣ ਧਾਰਨ ਕਰਨੇ, ਨੈਤਿਕਤਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਨੈਤਿਕ ਗੁਣ ਧਾਰਨ ਕਰਨੇ। ਹਾਂਜੀ, ਦੋਨੇ ਜ਼ਰੂਰੀ ਹੈ ਬੇਟਾ ਜੀ। ਅਧਿਐਨ ਪੱਖ ਜਾਂ ਦੇਖੋ ਜੀ ਪਾਠ ਪੁਸਤਕ ਦੇ ਹੈਗੇ ਆ ਜੀ 2 ਪ੍ਰਮੁੱਖ ਪੱਖ ਹੈ। ਇੱਕ ਤਾਂ ਹੈਗਾ ਅਧਿਐਨ ਪੱਖ ਜਾਂ ਅੰਦਰੂਨੀ ਪੱਖ। ਦੋਨਾਂ ਨਾਮ ਨੂੰ ਧਿਆਨ ਰੱਖਣਾ ਵੀ ਪਾਠ ਪੁਸਤਕ ਦੇ ਅੰਦਰੂਨੀ ਪੱਖ ਨੂੰ, ਅੰਦਰੂਨੀ ਮਤਲਬ ਅੰਦਰ ਵਾਲਾ, ਅੰਦਰੂਨੀ ਪੱਖ ਨੂੰ ਅਧਿਐਨ ਪੱਖ ਵੀ ਕਿਹਾ ਜਾਂਦਾ ਹੈ। ਕਿਉਂਕਿ ਪਾਠ ਪੁਸਤਕ ਨੂੰ ਖੋਲਾਂਗੇ ਤਾਂ ਉਹਦੇ ਅੰਦਰ ਆਪਾਂ ਅਧਿਐਨ ਕਰਾਂਗੇ। ਅਰੇ ਇਸ ਤਰ੍ਹਾਂ ਹੀ ਹੈ ਨਾ, ਪਾਠ ਪੁਸਤਕ ਨੂੰ ਅੰਦਰੋਂ ਖੋਲਾਂਗੇ ਜਦੋਂ, ਇਸ ਕਰਕੇ ਅੰਦਰੂਨੀ ਪੱਖ ਨੂੰ ਅਧਿਐਨ ਪੱਖ ਕਿਹਾ ਜਾਂਦਾ ਹੈ। ਇਸ ਵਿੱਚ ਵਿਸ਼ਾ ਸਮੱਗਰੀ ਸਭ ਤੋਂ ਮਹੱਤਵਪੂਰਨ ਹੈ। ਵਿਸ਼ੇ ਦੀ ਚੋਣ ਅਤੇ ਸੰਗਠਨ ਦਾ ਵਿਸ਼ੇਸ਼ ਮਹੱਤਵ ਹੈ। ਧਿਆਨ ਰੱਖਿਓ ਵੀ ਪਾਠ ਪੁਸਤਕ ਦੇ 2 ਪ੍ਰਮੁੱਖ ਪੱਖ ਆ, ਇੱਕ ਅਧਿਐਨ ਪੱਖ ਜਾਂ ਅੰਦਰੂਨੀ ਪੱਖ ਅਤੇ ਦੂਸਰਾ ਰੂਪਾਤਮਕ ਜਾਂ ਬਾਹਰੀ ਪੱਖ। ਰੂਪ ਦਾ ਸੰਬੰਧ ਬਾਹਰੀ ਵਸਤੂ ਹੈ ਨਾ ਹੁੰਦਾ, ਬਾਹਰੀ ਚੀਜ਼ ਨਾਲ। ਇੱਕ ਹੁੰਦਾ ਰੂਪ, ਇੱਕ ਹੁੰਦਾ ਵਸਤੂ। ਰੂਪ ਹੁੰਦਾ ਬਾਹਰੀ ਦਿੱਖ ਦਿਖਾਵਟ, ਬਾਹਰੀ ਬਣਤਰ, ਅਤੇ ਵਸਤੂ ਅੰਦਰ ਜੋ ਕੀ ਪਾਇਆ ਵਾ। ਬਸ ਤੁਸੀਂ ਐ ਸਮਝ ਲਓ ਵੀ ਰੂਪਾਤਮਕ ਜਾਂ ਬਾਹਰੀ ਪੱਖ ਹੈ ਜਿਹੜਾ ਉਹ ਭਾਂਡਾ ਹੈ, ਉਹ ਇੱਕ ਬਰਤਨ ਹੈ ਅਤੇ ਉਹਦੇ ਵਿੱਚ ਜੋ ਸਮੱਗਰੀ ਪਾਈ ਹੋਈ ਹੈ ਉਹ ਅਧਿਐਨ ਪੱਖ ਜਾਂ ਅੰਦਰੂਨੀ ਪੱਖ ਹੈ। ਇਸ ਨੂੰ ਇਸ ਨਜ਼ਰੀਏ ਤੋਂ ਸਮਝ ਲਓ ਤੁਸੀਂ। ਹਾਂਜੀ, ਰੂਪਾਤਮਕ ਜਾਂ ਬਾਹਰੀ ਪੱਖ। ਅਧਿਐਨ ਪੱਖ ਜਾਂ ਅੰਦਰੂਨੀ ਪੱਖ ਦੇ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਕਿਹੜੀ ਹੈ, ਉਹ ਹੈਗੀ ਆ ਵਿਸ਼ਾ ਸਮੱਗਰੀ। ਵਿਸ਼ੇ ਸਮੱਗਰੀ ਦੀ ਚੋਣ। ਅੰਦਰ ਜੋ ਵਿਸ਼ਾ ਸਮੱਗਰੀ ਹੈ, ਅੰਦਰ ਜੋ ਵਸਤੂ ਹੈ, ਉਸ ਦੀ ਚੋਣ ਮਤਲਬ ਕੀ ਹੈ, ਵਿਦਿਆਰਥੀਆਂ ਦੇ ਪੱਧਰ ਦੇ ਅਨੁਸਾਰ ਹੋਣੀ। ਸਮਾਜ ਦੇ ਇਸ ਤਰ੍ਹਾਂ ਦੀ ਵਿਸ਼ੇ ਵਸਤੂ ਦੀ ਸਮੱਗਰੀ ਹੋਣੀ ਜੋ ਸਮਾਜ ਵਿੱਚ ਰਹਿੰਦਿਆਂ ਹੋਇਆਂ ਵਿਦਿਆਰਥੀ ਦੀ ਕੋਈ ਹੈਲਪ ਕਰ ਸਕੇ। ਸਮਾਜ ਵਾਸਤੇ, ਵਿਦਿਆਰਥੀ ਦੇ ਆਪਣੇ ਪਰਸਨਲ ਜੀਵਨ ਵਾਸਤੇ, ਉਸ ਦੇ ਸਮਾਜਿਕ ਜੀਵਨ ਵਾਸਤੇ, ਉਸ ਦੇ ਆਰਥਿਕ ਜੀਵਨ ਵਾਸਤੇ ਅਤੇ ਉਸ ਦਾ ਰਾਸ਼ਟਰੀ ਜੀਵਨ ਵਾਸਤੇ ਲਾਭਦਾਇਕ ਹੋਵੇ। ਇਸ ਤਰ੍ਹਾਂ ਦੀ ਵਿਸ਼ੇ ਸਮੱਗਰੀ ਹੋਣੀ ਚਾਹੀਦੀ ਆ। ਅਧਿਐਨ ਪੱਖ ਜਾਂ ਅੰਦਰੂਨੀ ਪੱਖ ਦੇ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਕਿਹੜੀ ਆ? ਨਾ ਤਾਂ ਆਕਾਰ, ਨਾ ਕੋਈ ਪ੍ਰਕਾਰ, ਨਾ ਜਿਲਦ, ਨਾ ਅੰਦਰ ਬਣੇ ਹੋਏ ਚਿੱਤਰ ਪੁਸਤਕ ਦੇ। ਕਿਹੜੀ ਚੀਜ਼ ਸਭ ਤੋਂ ਮਹੱਤਵਪੂਰਨ ਹੈ? ਵਿਸ਼ਾ ਸਮੱਗਰੀ। ਵਿਸ਼ੇ ਦੀ ਚੋਣ ਕਰਨੀ, ਵਿਸ਼ਾ ਚੁਣਨਾ ਕਿ ਬੱਚਿਆਂ ਨੂੰ ਕਿਹੜਾ ਵਿਸ਼ਾ ਪੜ੍ਹਾਇਆ ਜਾਊਗਾ, ਉਸ ਦਾ ਸੰਗਠਨ ਕਰਨਾ, ਇਹ ਵਿਸ਼ੇਸ਼ ਮਹੱਤਵ ਹੈ ਇਹਨਾਂ ਚੀਜ਼ਾਂ ਦਾ ਅਧਿਐਨ ਪੱਖ ਅਤੇ ਅੰਦਰੂਨੀ ਪੱਖ ਦੇ ਵਿੱਚ। ਅਧਿਐਨ ਪੱਖ ਜਾਂ ਅੰਦਰੂਨੀ ਪੱਖ ਵਿੱਚ। ਰੂਪਾਤਮਕ ਜਾਂ ਬਾਹਰੀ ਪੱਖ ਦੇ ਵਿੱਚ ਕੀ ਆ? ਦੇਖੋ ਜੀ, ਪੁਸਤਕ ਦਾ ਸਰੂਪ ਬਾਹਰੋਂ, ਜਿਲਦ ਉਸ ਦੀ ਛਪਾਈ, ਕਾਗਜ਼। ਧਿਆਨ ਰੱਖਿਓ, ਛਪਾਈ ਹੈ ਜਿਹੜੀ ਉਹ ਬਾਹਰੀ ਪੱਖ ਦੇ ਵਿੱਚ ਆਉਂਦੀ ਹੈ। ਧਿਆਨ ਰੱਖਿਓ, ਪੁਸਤਕ ਦੀ ਛਪਾਈ ਹੈ ਜਿਹੜੀ ਉਹ ਇਸ ਦੇ ਰੂਪਾਤਮਕ ਜਾਂ ਬਾਹਰੀ ਗੁਣਾਂ ਦੇ ਵਿੱਚ ਆ। ਹਾਂਜੀ, ਪਾਠ ਪੁਸਤਕ ਦੀਆਂ ਅੰਦਰੂਨੀ ਅਧਿਐਨ ਵਿਸ਼ੇਸ਼ਤਾਵਾਂ ਕਿਹੜੀਆਂ ਹਨ? ਅਧਿਐਨ ਪੱਖ ਜਾਂ ਅੰਦਰੂਨੀ ਅਧਿਐਨ ਵਿਸ਼ੇਸ਼ਤਾਵਾਂ ਕਿਹੜੀਆਂ? ਦੇਖ ਲਓ ਧਿਆਨ ਨਾਲ, ਇਸ ਨੂੰ ਪੜ੍ਹ ਲਿਓ। ਇੱਕ ਤਾਂ ਅੰਦਰੂਨੀ ਵਿਸ਼ੇਸ਼ਤਾਵਾਂ, ਇੱਕ ਬਾਹਰੀ ਵਿਸ਼ੇਸ਼ਤਾਵਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅੰਦਰੂਨੀ ਵਿਸ਼ੇਸ਼ਤਾਵਾਂ ਦੀ, ਇਸ ਦੇ ਅੰਦਰਲੀਆਂ ਵਿਸ਼ੇਸ਼ਤਾਵਾਂ ਦੀ, ਜਿਹਦੇ ਵਿੱਚ ਸਭ ਤੋਂ ਮਹੱਤਵਪੂਰਨ ਕਿਹੜੀ ਚੀਜ਼ ਹੈ? ਵਿਸ਼ਾ ਸਮੱਗਰੀ।
ਅੰਦਰੂਨੀ ਵਿਸ਼ੇਸ਼ਤਾਵਾਂ, ਸਧਾਰਨ ਵਿਸ਼ੇਸ਼ਤਾਵਾਂ ਦੇ ਵਿੱਚ ਰੌਚਿਕਤਾ, ਮਤਲਬ ਕੀ ਹੈ ਜੋ ਵਿਸ਼ਾ ਵਸਤੂ ਚੁਣਿਆ ਗਿਆ ਹੈ ਉਹ ਰੋਚਕ ਹੋਣਾ ਚਾਹੀਦਾ। ਵਿਦਿਆਰਥੀ ਉਸ ਨੂੰ ਉਸ ਵਿਸ਼ੇ ਵਸਤੂ ਨੂੰ ਪ੍ਰਾਪਤ ਕਰਨ ਵੇਲੇ ਵੱਧ ਤੋਂ ਵੱਧ ਰੁਚੀ ਲੈਣ। ਦੂਸਰਾ, ਕ੍ਰਮਬੱਧਤਾ ਹੋਣੀ ਚਾਹੀਦੀ ਹੈ, ਬਿਲਕੁਲ ਜਾਇਜ਼ ਹੈ ਗੱਲ। ਪਹਿਲਾਂ ਕੋਈ ਸੌਖੀ ਚੀਜ਼ ਹੋਣੀ ਚਾਹੀਦੀ ਹੈ, ਬਾਅਦ ਵਿੱਚ ਔਖੀ, ਇਸ ਨੂੰ ਕਹਿ ਸਕਦੇ ਹਾਂ ਆਪਾਂ ਕ੍ਰਮਬੱਧਤਾ। ਕੁਛ ਇੱਕ ਸੂਤਰਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਸਰਲ ਤੋਂ ਕਠਿਨ ਸੂਤਰ, ਜਾਂ ਆਪਾਂ ਕਹਿ ਦਿੰਦੇ ਹਾਂ ਵਿਸ਼ੇਸ਼ ਤੋਂ ਸਧਾਰਨ ਸੂਤਰ ਵੱਲ। ਇਸ ਤਰ੍ਹਾਂ ਕਰਕੇ ਇਹ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਵਿਵਹਾਰਿਕ ਹੋਣੀ ਚਾਹੀਦੀ ਹੈ, ਜੋ ਵਿਦਿਆਰਥੀ ਦੇ ਜੀਵਨ ਵਿੱਚ ਕੰਮ ਆ ਸਕੇ, ਇਸ ਤਰ੍ਹਾਂ ਦਾ ਵਿਸ਼ਾ ਸਮੱਗਰੀ ਚੁਣਨਾ ਚਾਹੀਦਾ ਹੈ। ਜੋ ਵਿਸ਼ਾ ਸਮੱਗਰੀ ਵਿਦਿਆਰਥੀ ਦੇ ਦੈਨਿਕ ਜੀਵਨ ਵਿੱਚ ਜਾਂ ਉਸਦੇ ਸਮਾਜਿਕ ਜੀਵਨ ਵਿੱਚ ਅਗਰ ਕਿਸੇ ਕੰਮ ਹੀ ਨਹੀਂ ਆਇਆ ਤਾਂ ਸਮਝ ਲਓ ਉਸ ਚੀਜ਼ ਦਾ ਕੋਈ ਫਾਇਦਾ ਨਹੀਂ, ਉਸ ਵਿਸ਼ੇ ਸਮੱਗਰੀ ਦਾ। ਮਤਲਬ ਕੀ ਹੈ ਕਿ ਕੋਈ ਇਸ ਤਰ੍ਹਾਂ ਦਾ ਵਿਸ਼ਾ ਸਮੱਗਰੀ ਚੁਣਿਆ ਜਾਵੇ ਜੋ ਵਿਦਿਆਰਥੀ ਨੂੰ ਅਨੁਕੂਲ ਸਮਾਜਿਕ ਜੀਵਨ ਜਿਉਣ ਦੀ ਪ੍ਰੇਰਣਾ ਦੇਵੇ, ਉਸ ਵਾਸਤੇ ਹੈਲਪਫੁਲ ਹੋਵੇ। ਅਗਲੀ ਗੱਲ ਦੇਖੋ, ਮੌਲਿਕਤਾ ਹੋਣੀ ਚਾਹੀਦੀ ਹੈ। ਵਿਸ਼ਾ ਸਮੱਗਰੀ ਹੈ ਜਿਹੜੀ ਉਹ ਮੌਲਿਕ ਸਮੱਗਰੀ ਹੋਣੀ ਚਾਹੀਦੀ ਹੈ। ਕੋਈ ਇਸ ਤਰ੍ਹਾਂ ਨਹੀਂ ਵੀ ਕਿਸੇ ਦੀ ਚੱਕ ਕੇ ਪਾਤੀ, ਕੋਈ ਨਕਲ ਕਰਤੀ, ਇਹ ਚੀਜ਼ਾਂ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰਨਾ ਚਾਹੀਦਾ। ਵਿਸ਼ਾ ਸਮੱਗਰੀ ਮੌਲਿਕ ਹੋਣੀ ਚਾਹੀਦੀ ਹੈ ਜਿਹੜੀ ਵਿਦਿਆਰਥੀ ਦੇ ਕੰਮ ਆ ਸਕੇ। ਵੰਨ ਸੁਵੰਨਤਾ ਹੋਣੀ ਚਾਹੀਦੀ ਹੈ, ਅਲੱਗ-ਅਲੱਗ ਪ੍ਰਕਾਰ ਦਾ ਹੋਣਾ ਚਾਹੀਦਾ। ਇੱਕ ਪੁਸਤਕ ਦੇ ਵਿੱਚ ਇੱਕੋ ਹੀ ਤਰ੍ਹਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ। ਉਦਾਹਰਣ ਵਾਸਤੇ ਪੰਜਾਬੀ ਦੀ ਪਾਠ ਪੁਸਤਕ ਲੈ ਲਓ, ਉਹਦੇ ਵਿੱਚ ਕਵਿਤਾਵਾਂ ਵੀ ਹੋਣਗੀਆਂ, ਜਿਵੇਂ ਮੰਨ ਲਓ 10ਵੀਂ ਵਾਲੀ ਹੈ, ਉਹਦੇ ਵਿੱਚ ਨਿਬੰਧ ਵੀ ਹੈ, ਕਹਾਣੀਆਂ ਵੀ ਹੈ। ਇਹਨੂੰ ਕੀ ਕਿਹਾ ਜਾਂਦਾ ਹੈ? ਇਹਨੂੰ ਕੀ ਕਿਹਾ ਜਾਂਦਾ? ਵੰਨ ਸੁਵੰਨਤਾ। ਕਵਿਤਾਵਾਂ ਦੇ ਵਿੱਚ ਵੀ ਅੱਗੇ ਵੰਨ ਸੁਵੰਨਤਾ ਹੈ। ਇੱਕੋ ਕਵੀ ਦੀਆਂ ਕਵਿਤਾਵਾਂ ਨਹੀਂ ਦਿੱਤੀਆਂ, ਅਲੱਗ-ਅਲੱਗ ਕਵੀਆਂ ਦੀਆਂ ਦਿੱਤੀਆਂ ਹੈ। ਅੱਗੇ ਹੋਰ ਵਿਸ਼ੇਸ਼ਤਾ ਹੈ, ਅਲੱਗ-ਅਲੱਗ ਕਵੀਆਂ ਦੇ ਵਿੱਚੋਂ ਵੀ ਇੱਕ ਅੱਧਾ ਕਵੀ ਕੋਈ ਆਦਿ ਕਾਲ ਦਾ, ਇੱਕ ਕੋਈ ਮੱਧਿਆ ਕਾਲ ਦਾ, ਇੱਕ ਕੋਈ ਆਧੁਨਿਕ ਕਾਲ ਦਾ ਕਵੀ ਹੈ। ਇਹਨੂੰ ਕਿਹਾ ਜਾਂਦਾ ਵੰਨ ਸੁਵੰਨਤਾ। ਅਲੱਗ-ਅਲੱਗ, ਵੰਨ ਸੁਵੰਨਾ ਮਤਲਬ ਅਲੱਗ-ਅਲੱਗ ਪ੍ਰਕਾਰ ਦਾ, ਭਿੰਨ-ਭਿੰਨ ਪ੍ਰਕਾਰ ਦਾ, ਤਰ੍ਹਾਂ-ਤਰ੍ਹਾਂ ਦਾ, ਵੱਖ-ਵੱਖ ਪ੍ਰਕਾਰ ਦਾ, ਜਿਹਨੂੰ ਕਹਿ ਦਿੰਦੇ। ਮਨੋਵਿਗਿਆਨਿਕਤਾ ਦੀ ਹੋਣੀ ਚਾਹੀਦੀ। ਬਿਲਕੁਲ, ਜੋ ਵਿਸ਼ਾ ਸਮੱਗਰੀ ਹੈ ਉਹ ਮਨੋਵਿਗਿਆਨਿਕ ਸਿਧਾਂਤਾਂ ਦੇ ਅਨੁਕੂਲ ਹੋਣੀ ਚਾਹੀਦੀ ਹੈ, ਕਿਉਂਕਿ ਸਾਈਕੋਲੋਜੀ ਦਾ ਬੜਾ ਮਹੱਤਵਪੂਰਨ ਹੈ ਆਦਰਸ਼ਤਾ। ਆਦਰਸ਼ ਹੋਣਾ ਚਾਹੀਦਾ ਪਾਠ ਸਮੱਗਰੀ, ਵਿਸ਼ਾ ਸਮੱਗਰੀ ਆਦਰਸ਼ ਹੋਣੀ ਚਾਹੀਦੀ ਹੈ, ਜਿਸ ਨੂੰ ਜੀਵਨ ਦੇ ਵਿੱਚ ਸਵੀਕਾਰ ਕੀਤਾ ਜਾ ਸਕੇ, ਉਸ ਤਰ੍ਹਾਂ ਦੀ ਆਦਰਸ਼ ਹੋਣੀ ਚਾਹੀਦੀ। ਭਾਸ਼ਾ ਦੀ ਸ਼ੁੱਧਤਾ ਹੋਣੀ ਚਾਹੀਦੀ ਹੈ। ਇਹ ਸਧਾਰਨ ਵਿਸ਼ੇਸ਼ਤਾਵਾਂ ਦੀ ਗੱਲ ਕਰ ਰਿਹਾ ਮੈਂ। ਭਾਸ਼ਾ ਦੀ ਸ਼ੁੱਧ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਅਸ਼ੁੱਧ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਜੀਵਨ ਦੇ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ। ਵਿਵਹਾਰਿਕਤਾ ਦੇ ਵਿੱਚ ਹਾਲਾਂਕਿ ਗੱਲ ਕਰ ਚੁੱਕੇ ਹਾਂ ਆਪਾਂ, ਇੱਕ ਵਾਰੀ ਫਿਰ ਗੱਲ ਕਰ ਲਈਏ ਕਿ ਵਿਸ਼ਾ ਸਮੱਗਰੀ ਜੋ ਆਪਾਂ ਵਿਦਿਆਰਥੀ ਨੂੰ ਪੜ੍ਹਾਉਣ ਜਾ ਰਹੇ ਹਾਂ ਉਹ ਵਿਦਿਆਰਥੀ ਦੇ ਜੀਵਨ ਨਾਲ ਸੰਬੰਧਿਤ ਹੋਣੀ ਚਾਹੀਦੀ। ਇਸੇ ਕਰਕੇ ਹੀ ਤਾਂ ਜਦੋਂ ਆਪਾਂ ਪਹਿਲੀ ਸਿੱਖਿਆ ਦੇ ਪਹਿਲੀ ਜਮਾਤ ਦੇ ਵਿੱਚ ਬੱਚੇ ਨੂੰ ਪੜ੍ਹਾਉਂਦੇ ਹਾਂ ਤਾਂ ਤੁਸੀਂ ਦੇਖਿਆ ਹੋਣਾ ਕਿ ਬੱਚੇ ਨੂੰ ਉਸਦੇ ਸਰੀਰ ਦੇ ਅੰਗਾਂ ਦੇ ਨਾਲ, ਉਸ ਦੇ ਘਰ ਪਰਿਵਾਰ ਦੇ ਨਾਲ ਸੰਬੰਧਿਤ ਜਾਂ ਉਸ ਦੇ ਪਿੰਡ ਦੇ ਨਾਲ ਸੰਬੰਧਿਤ ਇਹ ਚੀਜ਼ਾਂ ਜਿਹੜੀਆਂ ਉਹਨਾਂ ਬਾਰੇ ਦੱਸਿਆ ਜਾਂਦਾ ਹੈ। ਜਾਂ ਉਸ ਤਰ੍ਹਾਂ ਦੇ ਕੋਈ ਜਾਨਵਰ, ਪੰਛੀ, ਜਾਨਵਰ ਮਤਲਬ ਜਾਨਵਰ ਪੰਛੀ, ਇਹਨਾਂ ਦੇ ਬਾਰੇ ਦੱਸਿਆ ਜਾਂਦਾ। ਇਹਨਾਂ ਦੇ ਨਾਮ, ਫਲ ਫਰੂਟ ਦੇ ਨਾਮ ਦੱਸੇ ਜਾਂਦੇ। ਕਾਰਨ ਕੀ ਹੈ? ਕਿਉਂਕਿ ਉਸ ਨੂੰ ਸਿੱਖਿਆ ਨੂੰ ਜੀਵਨ ਦੇ ਨਾਲ ਸੰਬੰਧਿਤ ਕੀਤਾ ਜਾਂਦਾ ਹੈ। ਅੰਦਰੂਨੀ ਵਿਸ਼ੇਸ਼ਤਾਵਾਂ ਚਾਹੁੰਦੀਆਂ, ਦੇਖ ਲਓ, ਵਿਸ਼ਾ ਵਸਤੂ ਸੰਬੰਧੀ, ਭਾਸ਼ਾ ਸੰਬੰਧੀ, ਸ਼ੈਲੀ ਸੰਬੰਧੀ, ਇਹ ਵਿਸ਼ੇਸ਼ਤਾਵਾਂ ਪਾਠ ਪੁਸਤਕ ਦੀਆਂ ਅੰਦਰੂਨੀ ਵਿਸ਼ੇਸ਼ਤਾਵਾਂ ਹਨ, ਅੰਦਰਲੀਆਂ ਵਿਸ਼ੇਸ਼ਤਾਵਾਂ ਹਨ। ਇਸ ਦੀਆਂ ਧਿਆਨ ਰੱਖਿਓ ਜੀ। ਅੰਦਰੂਨੀ ਜਾਂ ਅਧਿਐਨ ਵਿਸ਼ੇਸ਼ਤਾਵਾਂ ਵਿਸ਼ਾ ਵਸਤੂ ਸੰਬੰਧੀ। ਵਿਸ਼ਾ ਵਸਤੂ ਕਿਉਂਕਿ ਸਭ ਤੋਂ ਮਹੱਤਵਪੂਰਨ ਹੈ, ਵਿਸ਼ਾ ਸਮੱਗਰੀ ਹੈ ਜਿਹੜੀ ਉਹ ਸਭ ਤੋਂ ਮਹੱਤਵਪੂਰਨ ਹੈ। ਉਦੇਸ਼ ਭਰਪੂਰ ਹੋਣਾ ਚਾਹੀਦਾ। ਦੇਖੋ ਜੀ, ਹਰ ਗੱਲ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਹੈ। ਹਰ ਗੱਲ ਮਗਰ ਕੋਈ ਨਾ ਕੋਈ ਉਦੇਸ਼ ਹੋਣਾ ਚਾਹੀਦਾ ਹੈ। ਅਤੇ ਸਿੱਖਿਆ ਇੱਕ ਉਦੇਸ਼ਪੂਰਨ ਪ੍ਰਕਿਰਿਆ ਹੈ। ਤੁਸੀਂ ਸਾਈਕੋਲੋਜੀ ਦੇ ਵਿੱਚ ਪੜ੍ਹਦੇ ਹੋ, ਕਿਉਂਕਿ ਅਗਰ ਕੋਈ ਮੰਨ ਲਓ ਕੋਈ ਕਿਰਿਆ ਜਿਹੜੀ ਉਹ ਉਦੇਸ਼ ਰਹਿਤ ਹੋਈ ਤਾਂ ਉਹਦੇ ਨਾਲ ਕੀ ਹੋਊਗਾ? ਉਦੇਸ਼ ਰਹਿਤ ਤੁਸੀਂ ਐਵੇਂ ਸਮਝ ਲਓ ਵੀ ਇੱਕ ਬੇੜੀ ਹੈ ਜਿਹੜੀ ਉਹ ਬਿਨਾਂ ਮਲਾਹ ਤੋਂ ਆ, ਅਤੇ ਉਸ ਨੂੰ ਮੰਨ ਲਓ ਕੋਈ ਚਲਾਉਣ ਵਾਲਾ ਹੀ ਹੈ ਨਹੀਂ, ਅਤੇ ਉਹ ਕਿਤੇ ਨਾ ਕਿਤੇ ਐਵੇਂ ਲਹਿਰਾਂ ਦੀ ਚਪੇਟ ਵਿੱਚ ਆ ਕੇ ਕਿਸੇ ਨਾ ਕਿਸੇ ਕਿਨਾਰੇ ਲੱਗ ਜੂਗੀ, ਉਹ ਜਾਂ ਕਿਤੇ ਅੱਧ ਵਿਚਾਲੇ ਹੀ ਰਹਿ ਜੂਗੀ, ਕਿਵੇਂ ਵੀ ਮੰਨ ਲਓ ਇਸ ਚੀਜ਼ ਨੂੰ, ਪਰ ਸਹੀ ਜਗ੍ਹਾ 'ਤੇ ਨਹੀਂ ਪਹੁੰਚੇਗੀ। ਕਿਉਂਕਿ ਉਹਦੇ ਵਿੱਚ ਡਰਾਈਵਰ ਹੈ ਨਹੀਂਗਾ, ਮਲਾਹ ਹੈ ਨਹੀਂਗਾ। ਬਸ ਇਸ ਤਰ੍ਹਾਂ ਹੀ ਉਦੇਸ਼ ਜਦੋਂ ਨਹੀਂਗਾ, ਆਪਾਂ ਕਿਸੇ ਗੱਲ ਦਾ ਉਦੇਸ਼ ਹੀ ਹੈ ਨਹੀਂ, ਕੋਈ ਆਪਾਂ ਕੰਮ ਕਰਨ ਜਾ ਰਹੇ ਹਾਂ ਉਹਦੇ ਮਗਰ ਉਦੇਸ਼ ਹੈ ਨਹੀਂ ਕੋਈ, ਤਾਂ ਉਹ ਕੰਮ ਸਾਡਾ ਵਿਅਰਥ ਹੈ। ਸਿੱਖਿਆ ਜਿਹੜੀ ਉਹ ਉਦੇਸ਼ਪੂਰਨ ਪ੍ਰਕਿਰਿਆ ਹੈ। ਰਾਸ਼ਟਰੀ ਉਦੇਸ਼ ਹੋਣੇ ਚਾਹੀਦੇ ਹੈ। ਰਾਸ਼ਟਰੀ ਉਦੇਸ਼ਾਂ ਦੇ ਨਾਲ ਸੰਬੰਧਿਤ ਹੋਣੇ ਚਾਹੀਦੀ ਹੈ। ਜਿਹੜੀ ਰਾਸ਼ਟਰ
ਦੇਸ਼ ਦੇ ਨਾਲ ਸੰਬੰਧਿਤ ਆਪਾਂ ਕਹਿ ਦਿੰਦੇ ਹਾਂ। ਵਿਦਿਆਰਥੀ ਕੇਂਦਰ ਹੋਣਾ ਚਾਹੀਦਾ, ਵਿਸ਼ਾ ਵਸਤੂ ਵਿਦਿਆਰਥੀ ਦੇ ਉੱਪਰ ਕੇਂਦਰਿਤ ਹੋਣਾ ਚਾਹੀਦਾ, ਕਿਉਂਕਿ ਆਧੁਨਿਕ ਸਿੱਖਿਆ ਦੇ ਵਿੱਚ ਜੋ ਕੇਂਦਰੀ ਧੁਰਾ ਹੈ, ਜੋ ਕੇਂਦਰ ਹੈ ਉਹ ਬਾਲਕ ਹੈ। ਇਸ ਕਰਕੇ ਵਿਦਿਆਰਥੀ ਦੇ ਅਨੁਕੂਲ ਹੋਣਾ ਚਾਹੀਦਾ ਵਿਸ਼ਾ ਵਸਤੂ। ਲੋੜ ਅਨੁਸਾਰ ਵਿਸ਼ੇ ਹੋਣੇ ਚਾਹੀਦੇ ਆ, ਜਿੰਨੀ ਜ਼ਰੂਰਤ ਆ ਵਿਸ਼ੇ ਸਮੱਗਰੀ ਦੀ ਓਨੀ ਹੋਣੀ ਚਾਹੀਦੀ ਹੈ, ਵਾਧੂ ਨਹੀਂ ਹੋਣੀ ਚਾਹੀਦੀ, ਨਾ ਹੀ ਘੱਟ ਹੋਣੀ ਚਾਹੀਦੀ ਹੈ। ਉਪਦੇਸ਼ਾਂ ਦਾ ਤਿਆਗ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਪਦੇਸ਼ ਨਹੀਂ ਹੋਣੇ ਚਾਹੀਦੇ ਕਿਤੇ ਕਿ ਵਿਦਿਆਰਥੀ ਨੂੰ ਜੀਵਨ ਵਿੱਚ ਆਹ ਕਰਨਾ ਚਾਹੀਦਾ ਹੈ ਜੀ, ਵਿਦਿਆਰਥੀ ਨੂੰ ਜੀਵਨ ਵਿੱਚ ਉਹ ਕਰਨਾ ਚਾਹੀਦਾ ਹੈ ਜੀ। ਇਹਨੂੰ ਕਿਹਾ ਜਾਂਦਾ ਹੈ ਉਪਦੇਸ਼ ਦੇਣੇ ਕਿ ਜੀਵਨ ਕਿਵੇਂ ਦਾ ਹੋਣਾ ਚਾਹੀਦਾ ਹੈ। ਦੇਖੋ ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਸਧਾਰਨ ਗੱਲ ਦੱਸਣੀ ਵੀ ਕਿਵੇਂ ਦਾ ਹੈ ਜੀਵਨ, ਜੀਵਨ ਕਿਵੇਂ ਦਾ ਹੈ ਇਹ ਹੋਣਾ ਚਾਹੀਦਾ ਪਾਠ ਪੁਸਤਕ ਦੇ ਵਿੱਚ, ਸਮੱਗਰੀ ਦੇ ਵਿੱਚ ਜੀਵਨ ਕਿਵੇਂ ਦਾ ਹੈ। ਇੱਕ ਉਦਾਹਰਣ ਦੇ ਰਿਹਾ ਤੁਹਾਨੂੰ ਮੈਂ ਵੀ ਉਪਦੇਸ਼ ਕਿਹਨੂੰ ਕਹਿੰਦੇ ਆ। ਅਗਰ ਮੈਂ ਕਹਾਂ ਕਿ ਜੀਵਨ ਕਿਵੇਂ ਦਾ ਹੈ, ਉਹਦੇ ਵਿੱਚ ਤਾਂ ਮੈਂ ਜੀਵਨ ਬਾਰੇ ਦੱਸੂਗਾ। ਅਗਰ ਮੈਂ ਕਹਾਂ ਕਿ ਜੀਵਨ ਕਿਵੇਂ ਦਾ ਹੋਣਾ ਚਾਹੀਦਾ ਹੈ, ਤੇ ਉਹਦੇ ਵਿੱਚ ਕੀ ਹੋਊਗਾ, ਮੈਂ ਆਪਦੇ ਵੱਲੋਂ ਦੱਸੂਗਾ ਵੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜੀ, ਇਸ ਤਰ੍ਹਾਂ ਕਰਨਾ ਚਾਹੀਦਾ, ਸਾਨੂੰ ਆਹ ਨਹੀਂ ਕਰਨਾ ਚਾਹੀਦਾ ਜੀ, ਆਹ ਗੁਣ ਅਪਣਾਉਣੇ ਚਾਹੀਦੇ ਆ, ਆਹ ਛੱਡ ਦੇਣੀਆਂ ਚਾਹੀਦੀਆਂ ਚੀਜ਼ਾਂ। ਇਹਨੂੰ ਕਿਹਾ ਜਾਂਦਾ ਉਪਦੇਸ਼। ਵਿਦਿਆਰਥੀ ਦੇ ਅਗਰ ਜੀਵਨ ਉੱਪਰ ਉਪਦੇਸ਼ ਪਾਰੂ ਪੈ ਗਏ ਤਾਂ ਸਮਝੋ ਵੀ ਤੁਸੀਂ ਉਹ ਜੋ ਅਸਲੀ ਜਿਹੜਾ ਉਦੇਸ਼ ਹੈ ਉਹ ਫਿਰ ਭੁੱਲ ਜਾਓਗੇ। ਅਸਲੀ ਉਦੇਸ਼ ਤਾਂ ਵਿਦਿਆਰਥੀ ਨੂੰ ਭਾਸ਼ਾ ਗਿਆਨ ਦੀ ਪ੍ਰਾਪਤੀ ਕਰਾਉਣੀ ਹੈ, ਅਤੇ ਭਾਸ਼ਾ ਗਿਆਨ ਦੀ ਪ੍ਰਾਪਤੀ ਤਾਂ ਹੋਣੀ ਨਹੀਂ, ਉਹਨੂੰ ਉਪਦੇਸ਼ਾਂ ਦਾ ਹੀ ਹੋ ਜਾਊਗਾ ਗਿਆਨ। ਕਾਲਪਨਿਕ ਵਿਸ਼ਿਆਂ ਦਾ ਤਿਆਗ ਕੀਤਾ ਜਾਣਾ ਚਾਹੀਦਾ ਹੈ, ਬਿਲਕੁਲ ਸਹੀ ਗੱਲ ਹੈ। ਬਹੁਤ ਸਾਰੇ ਕਾਲਪਨਿਕ ਵਿਸ਼ੇ ਨਹੀਂ ਹੋਣੇ ਚਾਹੀਦੇ, ਕਾਲਪਨਿਕ ਵਿਸ਼ਿਆਂ ਦਾ ਤਿਆਗ ਹੋਵੇ। ਹਾਂ, ਕ੍ਰਮ ਅਤੇ ਮਾਤਰਾ ਉਸ ਦਾ ਕ੍ਰਮਵਾਰ ਹੋਣੀ ਚਾਹੀਦੀ ਹੈ, ਕਿਹੜੀ ਚੀਜ਼ ਨੂੰ ਪਹਿਲਾਂ ਪੜ੍ਹਾਇਆ ਜਾਊਗਾ, ਕਿਹੜੀ ਨੂੰ ਬਾਅਦ ਵਿੱਚ। ਕ੍ਰਮ ਅਤੇ ਮਾਤਰਾ ਮਤਲਬ ਕਿੰਨੀ ਮਾਤਰਾ ਦੇ ਵਿੱਚ ਸਮੱਗਰੀ ਹੈ ਜਿਹੜੀ ਉਹ ਕਿੰਨੀ ਮਾਤਰਾ ਦੇ ਵਿੱਚ ਹੋਣੀ ਚਾਹੀਦੀ ਹੈ, ਕਿਉਂਕਿ ਲੋੜ ਤੋਂ ਜ਼ਿਆਦਾ ਸਮੱਗਰੀ ਵੀ ਜਿਹੜੀ ਉਹ ਜਾਇਜ਼ ਨਹੀਂ ਹੈ, ਬਿਲਕੁਲ ਗਲਤ ਹੈ। ਪੂਰਵ ਗਿਆਨ ਦੇ ਉੱਪਰ ਆਧਾਰਿਤ ਹੋਣੀ ਚਾਹੀਦੀ ਹੈ, ਬਿਲਕੁਲ ਸਹੀ ਹੈ ਗੱਲ। ਵਿਦਿਆਰਥੀ ਨੂੰ ਜਦੋਂ ਆਪਾਂ ਨਵਾਂ ਗਿਆਨ ਪ੍ਰਦਾਨ ਕਰਦੇ ਹਾਂ ਤਾਂ ਉਸ ਨੂੰ ਉਹਦੇ ਪੂਰਵ ਗਿਆਨ ਦੇ ਆਧਾਰ 'ਤੇ ਹੀ ਕੀਤਾ ਜਾਂਦਾ ਹੈ। ਇਸ ਕਰਕੇ ਵਿਸ਼ਾ ਸਮੱਗਰੀ ਹੈ, ਮੰਨ ਲਓ ਵਿਦਿਆਰਥੀ 8ਵੀਂ ਜਮਾਤ ਦੇ ਵਿੱਚ ਹੋ ਗਿਆ ਹੈ, ਤਾਂ ਉਹਦੇ ਵਿੱਚ ਕੀ ਹੈ, ਉਸ ਦੇ 7ਵੀਂ ਜਮਾਤ ਦੇ ਪੂਰਵ ਗਿਆਨ ਦੇ ਆਧਾਰ 'ਤੇ ਹੀ ਉਸ ਦੀ ਅਗਲੀ ਜਿਹੜੀ ਪਾਠ ਪੁਸਤਕ ਹੈ ਉਹ ਨਿਰਧਾਰਿਤ ਕੀਤੀ ਜਾਣੀ ਚਾਹੀਦੀ ਹੈ। ਵਿਸ਼ਾ ਜਿਹੜਾ ਅੰਦਰਲਾ ਭਾਸ਼ਾ ਸੰਬੰਧੀ ਵਿਸ਼ੇਸ਼ਤਾਵਾਂ, ਇਹ ਤਾਂ ਹੋ ਗਿਆ ਵਿਸ਼ਾ ਵਸਤੂ ਕਿਵੇਂ ਦਾ ਹੋਣਾ ਚਾਹੀਦਾ। ਹੁਣ ਅੰਦਰ ਭਾਸ਼ਾ ਕਿਵੇਂ ਦੀ ਹੋਣੀ ਚਾਹੀਦੀ ਹੈ, ਇਹ ਧਿਆਨ ਰੱਖਿਓ। ਸਭ ਤੋਂ ਪਹਿਲਾਂ ਤਾਂ ਅੰਦਰੂਨੀ ਅਧਿਐਨ ਵਿਸ਼ੇਸ਼ਤਾਵਾਂ ਦੇ ਵਿੱਚ ਰੱਖਿਓ ਵਿਸ਼ਾ ਵਸਤੂ ਸੰਬੰਧੀ ਵਿਸ਼ੇਸ਼ਤਾ, ਭਾਸ਼ਾ, ਸ਼ੈਲੀ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਅੰਦਰੂਨੀ ਗੁਣ ਦੇ ਵਿੱਚ ਆਉਂਦੀਆਂ। ਭਾਸ਼ਾ ਪੱਧਰ ਦੇ ਅਨੁਕੂਲ ਹੋਣੀ ਚਾਹੀਦੀ ਹੈ, ਬਿਲਕੁਲ ਸਹੀ ਆ। ਔਖੇ ਸ਼ਬਦਾਂ ਨੂੰ ਐਵੇਂ ਵਰਤੀ ਜਾਣਾ ਵਿੱਚ ਇਹ ਬਿਲਕੁਲ ਗਲਤ ਹੈ, ਇਹ ਸਿਸਟਮ ਸਹੀ ਨਹੀਂ ਹੈ। ਸਧਾਰਨ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਜੋ ਵਿਦਿਆਰਥੀ ਦੇ ਲੈਵਲ ਦੇ ਪੱਧਰ ਦੇ ਅਨੁਕੂਲ ਹੋਵੇ। ਉਸ ਤੋਂ ਬਾਅਦ ਸਰਲਤਾ ਹੋਣੀ ਚਾਹੀਦੀ ਹੈ ਭਾਸ਼ਾ ਦੇ ਵਿੱਚ, ਭਾਸ਼ਾ ਸਪਸ਼ਟ ਹੋਣੀ ਚਾਹੀਦੀ ਹੈ, ਤਤਸਮ ਮੁਖੀ ਸ਼ਬਦਾਵਲੀ ਹੋਣੀ ਚਾਹੀਦੀ ਹੈ। ਧਿਆਨ ਰੱਖਿਓ ਤਤਸਮ ਸ਼ਬਦਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਤਤਸਮ ਸ਼ਬਦਾਵਲੀ ਦੀ ਮਤਲਬ ਕਿਸੇ ਦੂਸਰੀ ਭਾਸ਼ਾ ਤੋਂ ਲਏ ਗਏ ਸ਼ਬਦ ਆ ਜਿਹੜੇ ਹੂ ਬਹੂ, ਕਿਉਂ ਉਹਦੇ ਨਾਲ ਕੀ ਹੁੰਦਾ ਹੈ, ਉਹਦੇ ਨਾਲ ਵਿਦਿਆਰਥੀ ਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਭਾਸ਼ਾ ਇੱਕ ਦੂਜੀ ਦੀ ਕਾਟ ਕਰ ਰਹੀਆਂ ਹਨ। ਜਿਵੇਂ ਮੰਨ ਲਓ, ਕਿਉਂਕਿ ਹੁਣ ਅਸੀਂ ਜਦੋਂ ਆਪਾਂ ਜਿਵੇਂ ਮੰਨ ਲਓ ਤੁਸੀਂ ਨਾਵਲ ਵਗੈਰਾ ਪੜ੍ਹਦੇ ਹੋ ਜਾਂ ਹੋਰ ਕਿਤੇ ਜਿਵੇਂ ਮੰਨ ਲਓ ਵੱਡੀ ਜਮਾਤ ਦੀ ਕੋਈ ਪੰਜਾਬੀ ਦੀ ਕਿਤਾਬ ਪੜ੍ਹਦੇ ਹੋ, ਤਾਂ ਉਦੋਂ ਤਤਸਮ ਮੁਖੀ ਸ਼ਬਦਾਵਲੀ ਹੈ ਜਿਹੜੀ ਉਹ ਘੱਟ ਜਾਂਦੀ ਹੈ। ਉਦੋਂ ਜਿਹੜੇ ਉਹ ਸ਼ਬਦ ਆ ਜਾਂਦੇ ਆ ਜਿਹੜੇ ਮੰਨ ਲਓ ਕੁਛ ਮੌਲਿਕ ਸ਼ਬਦ ਆ ਜਾਂ ਮੌਲਿਕ ਸ਼ਬਦ ਹੋ ਗਏ ਜਾਂ ਤਦਭਵ ਰੂਪ ਦੇ ਵਿੱਚ ਵਰਤੇ ਗਏ ਹਨ, ਹੈ ਨਾ, ਜਾਂ ਕੋਈ ਦੇਸ਼ੀ ਜਿਹੇ ਸ਼ਬਦ, ਇਹਨਾਂ ਚੀਜ਼ਾਂ ਦੀ ਵਰਤੋਂ ਹੋਣ ਲੱਗ ਜਾਂਦੀ ਆ। ਪਰ ਜਦੋਂ ਪ੍ਰਾਰੰਭ ਦੇ ਵਿੱਚ ਆਪਾਂ ਆਰੰਭ ਦੇ ਵਿੱਚ ਬੱਚੇ ਨੂੰ ਭਾਸ਼ਾ ਪੜ੍ਹਾ ਰਹੇ ਹਾਂ ਤਾਂ ਉਦੋਂ ਵੱਧ ਤੋਂ ਵੱਧ ਤਤਸਮ ਮੁਖੀ ਸ਼ਬਦਾਵਲੀ ਸ਼ੁੱਧ ਹੋਣੀ ਚਾਹੀਦੀ ਹੈ, ਸਾਰਥਕ ਹੋਣੀ ਚਾਹੀਦੀ ਹੈ, ਕੋਈ ਅਰਥ ਹੋਣਾ ਚਾਹੀਦਾ ਉਸਦਾ। ਕ੍ਰਮਿਕ ਸ਼ਬਦਾਵਲੀ, ਔਖੇ ਸ਼ਬਦਾਂ ਅਤੇ ਪ੍ਰਸੰਗਿਕ ਕਥਾਵਾਂ ਦੀ ਵਿਆਖਿਆ ਹੋਣੀ ਚਾਹੀਦੀ ਹੈ ਵਿੱਚ। ਮੰਨ ਲਓ ਕੋਈ ਔਖਾ ਸ਼ਬਦ ਆ ਗਿਆ ਉਸ ਦੀ ਅਤੇ ਕੋਈ ਪ੍ਰਸੰਗਿਕ ਕਥਾ ਆ ਗਈ ਉਸ ਦੀ ਵੀ ਵਿਆਖਿਆ ਦਿੱਤੀ ਜਾਣੀ ਚਾਹੀਦੀ ਹੈ। ਅਭਿਆਸ ਪ੍ਰਸ਼ਨ ਹੋਣੇ ਚਾਹੀਦੇ ਹੈ ਵਿੱਚ, ਜ਼ਰੂਰੀ ਹੈ। ਉਹਦੇ ਨਾਲ ਕੀ ਹੋਊਗਾ, ਵਿਦਿਆਰਥੀ ਦਾ ਇੱਕ ਤਾਂ ਕੀ ਹੋਊਗਾ, ਜੋ ਉਸਨੇ ਗਿਆਨ ਪ੍ਰਾਪਤ ਕੀਤਾ ਕਿੰਨਾ ਕੁ ਗਿਆਨ ਪ੍ਰਾਪਤ ਕੀਤਾ, ਅਭਿਆਸ ਪ੍ਰਸ਼ਨਾਂ ਨਾਲ ਹੀ ਪਤਾ ਲੱਗ ਜੂਗਾ। ਦੂਸਰਾ ਉਸਦੇ ਗਿਆਨ ਦਾ ਸਥਾਈਕਰਨ ਹੋਊਗਾ, ਉਹਦੇ ਨਾਲ ਰਿਪੀਟ ਹੋ ਜੂਗਾ, ਦੁਹਰਾਵ ਹੋ ਜੂਗਾ। ਸ਼ੈਲੀ ਸੰਬੰਧੀ ਵਿਸ਼ੇਸ਼ਤਾਵਾਂ ਕਿਹੜੀਆਂ ਕਿਹੜੀਆਂ, ਸ਼ੈਲੀ ਹੁੰਦਾ ਢੰਗ ਤਰੀਕਾ, ਸ਼ੈਲੀ ਵਿਧੀ ਢੰਗ ਤਰੀਕਾ, ਇਹ ਸਾਰੇ ਇਹਨੂੰ ਕਿਹਾ ਜਾਂਦਾ ਮਤਲਬ ਸ਼ੈਲੀ ਦੇ ਸਮਾਨਾਰਥੀ ਸ਼ਬਦ ਹੈ ਢੰਗ, ਵਿਧੀ, ਤਰੀਕਾ। ਪ੍ਰਭਾਵਸ਼ਾਲੀ ਸ਼ੈਲੀ ਹੋਣੀ ਚਾਹੀਦੀ ਹੈ, ਪੱਧਰ ਦੇ ਅਨੁਕੂਲ। ਇਹਦੇ ਵਿੱਚ ਪ੍ਰਕਾਸ਼ਿਤ ਅਤੇ ਸੰਪਾਦਨ, ਇਹ ਸ਼ੈਲੀ ਸੰਬੰਧੀ ਵਿਸ਼ੇਸ਼ਤਾਵਾਂ ਇਹਦੀਆਂ। ਪਰ ਉਸ ਦਾ ਪੁਸਤਕ ਦਾ ਜਿਹੜਾ ਪ੍ਰਕਾਸ਼ਨ ਕੀਤਾ ਗਿਆ ਅਤੇ ਉਸ ਦੀ ਸੰਪਾਦਨਾ ਕੀਤੀ ਗਈ, ਐਡੀਟਿੰਗ,
ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਦੋਨੋਂ ਸ਼ੈਲੀ ਸੰਬੰਧੀ ਵਿਸ਼ੇਸ਼ਤਾਵਾਂ ਦੇ ਵਿੱਚ ਆਉਂਦੀਆਂ, ਅੰਦਰੂਨੀ ਗੁਣ ਦੇ ਵਿੱਚ ਆਉਂਦੀਆਂ। ਧਿਆਨ ਰੱਖਿਓ, ਆ ਬਹੁਤ ਇੰਪੋਰਟੈਂਟ ਹੈ। ਇਹਦੇ ਵਿੱਚ ਬਹੁਤ ਭੁਲੇਖਾ ਖਾਂਦੇ ਆ ਵਿਦਿਆਰਥੀ ਵੀ ਪ੍ਰਕਾਸ਼ਿਤ ਅਤੇ ਸੰਪਾਦਨ ਤਾਂ ਖਨੀ ਬਾਹਰੀ ਗੁਣ ਹੈ, ਪਰ ਨਹੀਂ, ਬਾਹਰੀ ਗੁਣ ਨਹੀਂ ਹੈ, ਅੰਦਰੂਨੀ ਗੁਣ ਹੈ। ਧਿਆਨ ਰੱਖਣਾ। ਉਸ ਤੋਂ ਬਾਅਦ ਜੀ ਪਾਠ ਪੁਸਤਕ ਦੀਆਂ ਰੂਪਾਤਮਕ ਵਿਸ਼ੇਸ਼ਤਾਵਾਂ ਜਾਂ ਬਾਹਰੀ ਗੁਣ। ਇਹ ਹੁਣ ਐਗਜ਼ਾਮੀਨਰ ਦੀ ਮਰਜ਼ੀ ਹੈ ਵੀ ਉਹ ਰੂਪਾਤਮਕ ਵਿਸ਼ੇਸ਼ਤਾ ਸ਼ਬਦ ਦੀ ਵਰਤੋਂ ਕਰਦਾ ਜਾਂ ਬਾਹਰੀ ਗੁਣ ਦੀ। ਪੁਸਤਕ ਦਾ ਨਾਮ ਇਹਦੀ ਰੂਪਾਤਮਕ ਵਿਸ਼ੇਸ਼ਤਾ ਦੇ ਵਿੱਚ ਆਉਂਦਾ, ਬਾਹਰੀ ਗੁਣ ਦੇ ਵਿੱਚ ਆਉਂਦਾ। ਆਕਾਰ ਉਸ ਦਾ, ਸਾਈਜ਼, ਜਿਲਦ ਉਸ ਦੇ ਉੱਪਰ ਜੋ ਉਸ ਨੂੰ ਬਾਈਂਡਿੰਗ ਕੀਤਾ ਗਿਆ ਉਹ। ਕਾਗਜ਼ ਅਤੇ ਛਪਾਈ, ਪੁਸਤਕ ਦਾ ਜਿਹੜਾ ਕਾਗਜ਼ ਹੈ ਉਹ ਕਿੰਨਾ ਕੁ ਮਤਲਬ ਵਧੀਆ ਹੈ ਜਾਂ ਕਿਵੇਂ ਦਾ, ਨੋਰਮਲ ਹੈ, ਐਵਰੇਜ ਹੈ। ਛਪਾਈ ਜਿਹੜੀ ਉਸ ਪੁਸਤਕ ਦੀ, ਉਹਦੇ ਵਿੱਚ ਜਿਹੜੀ ਪ੍ਰਿੰਟਿੰਗ ਕੀਤੀ ਗਈ ਆ ਅੱਖਰਾਂ ਦੀ, ਉਹਨਾਂ ਦਾ ਵੀ, ਉਹਨਾਂ ਦੀ ਮਤਲਬ ਉਹਨਾਂ ਦਾ ਆਕਾਰ ਪ੍ਰਕਾਰ ਅੱਖਰਾਂ ਦਾ, ਉਹਨਾਂ ਅੱਖਰਾਂ ਸ਼ਬਦਾਂ ਦੇ ਵਿੱਚ ਸਪੇਸ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਛਪਾਈ ਦੇ ਵਿੱਚ ਹੈ। ਚਿੱਤਰ ਅਤੇ ਰੇਖਾ ਚਿੱਤਰ ਜਿਹੜੇ ਪੁਸਤਕ ਦੇ ਵਿੱਚ ਬਣੇ ਹੋਏ ਹਨ ਉਹ ਹੈ ਜਿਹੜੇ ਉਹ ਬਾਹਰੀ ਗੁਣਾਂ ਦੇ ਵਿੱਚ ਆਉਂਦੇ ਆ। ਧਿਆਨ ਰੱਖਿਓ, ਇਹਦਾ ਵੀ ਭੁਲੇਖਾ ਪੈਂਦਾ ਰਹਿੰਦਾ ਚਿੱਤਰ ਅਤੇ ਰੇਖਾ ਚਿੱਤਰ ਦਾ। ਖਨੀ ਇਹ ਐਵੇਂ ਲੱਗਦਾ ਵੀ ਅੰਦਰੂਨੀ ਗੁਣ ਹਨ, ਪਰ ਅੰਦਰੂਨੀ ਗੁਣ ਨਹੀਂ ਹੈ, ਇਹ ਬਾਹਰੀ ਗੁਣਾਂ ਦੇ ਵਿੱਚ ਆਉਂਦੇ ਆ। ਅਤੇ ਪੁਸਤਕ ਦਾ ਮੁੱਲ, ਰੇਟ, ਇਹ ਸਾਰੀਆਂ ਚੀਜ਼ਾਂ ਪੁਸਤਕ ਦੇ ਬਾਹਰੀ ਗੁਣਾਂ ਦੇ ਵਿੱਚ ਆਉਂਦੀਆਂ। ਲਓ ਜੀ, ਪੰਜਾਬੀ ਭਾਸ਼ਾ ਦੀ ਪਾਠ ਪੁਸਤਕ ਬਾਰੇ ਇੱਕ ਪ੍ਰਸ਼ਨ ਪੱਕਾ ਆਊਗਾ, ਇਹ ਤੁਸੀਂ ਕਲੀਅਰ ਕਰ ਲਿਓ ਬੇਟਾ ਜੀ। ਮਾਤ ਭਾਸ਼ਾ ਪੰਜਾਬੀ ਦੀ ਪਾਠ ਪੁਸਤਕ। ਲਓ ਜੀ, ਅਗਲੀ ਜਮਾਤ ਦੇ ਵਿੱਚ ਆਪਾਂ ਗੱਲ ਕਰਾਂਗੇ ਸਾਡੀ ਭਾਸ਼ਾ ਪੁਸਤਕਾਲੇ ਦੀ ਗੱਲ ਕਰਾਂਗੇ। ਬਿਲਕੁਲ ਸਹੀ ਗੱਲ ਹੈ, ਲਾਇਬ੍ਰੇਰੀ ਦੀ ਗੱਲ ਕਰਾਂਗੇ ਕਿ ਲਾਇਬ੍ਰੇਰੀ ਦੇ ਵਿੱਚ ਕਿਹੜੀਆਂ ਚੀਜ਼ਾਂ, ਜਿਹੜੀ ਲਾਇਬ੍ਰੇਰੀ ਕਿਵੇਂ ਦੀ ਹੋਣੀ ਚਾਹੀਦੀ ਆ, ਉਹਦੇ ਬਾਰੇ ਵਿਚਾਰ ਚਰਚਾ ਕਰਾਂਗੇ ਜੀ। ਮਿਲਦੇ ਹਾਂ ਜਲਦੀ। ਸਤਿ ਸ੍ਰੀ ਅਕਾਲ।